ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ। ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਹਿਸਟਰੀ ਦੀਆਂ ਰਿਵੀਜ਼ਨ ਕਲਾਸਾਂ ਸ਼ੁਰੂ ਕੀਤੀਆਂ ਸੀ ਜਿਹੜੀਆਂ ਕਿ ਬਿਲਕੁਲ ਸਟਾਰਟਿੰਗ ਤੋਂ ਜਿੱਥੋਂ ਸਾਡੀ ਹਿਸਟਰੀ ਸਟਾਰਟ ਹੁੰਦੀ ਆ ਉੱਥੋਂ ਅਸੀਂ ਸਟਾਰਟ ਕੀਤੀਆਂ ਸੀ ਤੇ ਹੁਣ ਅਸੀਂ 14th ਸੈਂਚੁਰੀ ਔਨਵਰਡ ਕਰ ਰਹੇ ਹਾਂ ਤੇ 14th ਸੈਂਚੁਰੀ ਔਨਵਰਡ ਹਿਸਟਰੀ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ। 14th ਸੈਂਚੁਰੀ ਔਨਵਰਡ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪਾਸੇ ਸਿੱਖਾਂ ਦਾ ਰਾਜ ਆ ਗਿਆ ਸੀ ਤੇ ਦੂਸਰੇ ਪਾਸੇ ਸਿੱਖਾਂ ਦੇ ਨਾਲ ਮੁਗਲ ਸੀ। ਮੁਗਲਾਂ ਦਾ ਜੋ ਹਿਸਟਰੀ ਆ ਸਾਡੇ ਨਾਲ ਠੀਕ ਹੈ ਉਹ ਨਾਲ ਦੀ ਨਾਲ ਹੀ ਚੱਲ ਰਹੀ ਹੈ। ਜੋ ਵੀ ਇੰਪੋਰਟੈਂਟ MCQ ਬਣ ਸਕਦੇ ਹੋ ਆਪਾਂ ਹਰੇਕ ਗੁਰੂ ਸਾਹਿਬਾਨ ਦੇ ਸਮਕਾਲੀਨ ਜੋ ਮੁਗਲ ਬਾਦਸ਼ਾਹ ਰਿਹਾ ਉਸ ਦੇ ਨਾਲ ਰਿਲੇਟਡ ਕਵਰ ਕਰੀ ਜਾਂਦੇ ਆ। ਸੋ 14th ਸੈਂਚੁਰੀ ਔਨਵਰਡ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹਿਸਟਰੀ ਆ ਤੇ 14th ਸੈਂਚੁਰੀ ਔਨਵਰਡ ਦੇ ਵਿੱਚ ਕੱਲ ਅਸੀਂ ਤਿੰਨ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ MCQ ਕਵਰ ਕੀਤੇ। ਅੱਜ ਅਸੀਂ ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ MCQ ਕਵਰ ਕਰਾਂਗੇ। ਸੇਮ ਇਸੇ ਤਰ੍ਹਾਂ ਕੱਲ ਵੀ ਅਸੀਂ ਪਿਛਲੇ 3 ਗੁਰੂਆਂ ਦੇ ਨਾਲ ਰਿਲੇਟਡ MCQ ਕਵਰ ਕਰਨ ਤੋਂ ਬਾਅਦ ਤੇ ਇੱਕ ਦਿਨ ਕੱਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਟਡ MCQ ਕਵਰ ਕਰਾਂਗੇ। ਠੀਕ ਹੈ ਜੀ, ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। MCQ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਮੈਂ ਤੁਹਾਨੂੰ ਨੋਟ ਕਰਵਾਉਣੀ ਹੁੰਨੀ ਆ 10 ਐਕਸਟਰਾ ਫੈਕਟ ਜੋ ਤੁਸੀਂ ਨੋਟ ਕਰ ਲੈਣੇ ਆ ਤਾਂ ਜੋ ਤੁਸੀਂ ਇਸ ਵੀਡੀਓ ਨੂੰ ਐਜ਼ ਅ ਟੈਸਟ ਮੰਨਦੇ ਹੋਏ ਆਪ ਅਟੈਂਪਟ ਕਰੋ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ। ਸ਼੍ਰੀ ਗੁਰੂ ਰਾਮਦਾਸ ਜੀ ਇਹਨਾਂ ਦਾ ਜਨਮ ਹੋਇਆ ਸੀ 24 ਸਤੰਬਰ 1534 ਨੂੰ ਚੂਨਾ ਮੰਡੀ ਲਾਹੌਰ ਦੇ ਵਿੱਚ। ਇਹਨਾਂ ਦੇ ਮਾਤਾ ਦਾ ਨਾਮ ਆ ਮਾਤਾ ਦਿਆ ਕੌਰ, ਇਹਨਾਂ ਦੇ ਪਿਤਾ ਦਾ ਨਾਮ ਆ ਪਿਤਾ ਹਰੀਦਾਸ ਜੀ, ਇਹਨਾਂ ਦੀ ਪਤਨੀ ਦਾ ਨਾਮ ਆ ਬੀਬੀ ਭਾਨੀ, ਇਹਨਾਂ ਦੇ ਪੁੱਤਰਾਂ ਦੇ ਨਾਮ ਆ ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਨ ਦੇਵ, ਜਾਣੀ ਕਿ ਗੁਰੂ ਅਰਜਨ ਦੇਵ ਜੀ ਜਿਹੜੇ ਸਾਡੇ 5ਵੇਂ ਗੁਰੂ ਬਣੇ ਸੀ। ਠੀਕ ਹੈ, ਤੇ ਇਹਨਾਂ ਦਾ ਗੁਰਗੱਦੀ ਸਮਾਂ ਹੈ 1574 ਤੋਂ 1581, ਜਾਣੀ ਕਿ 7 ਸਾਲ ਇਹ ਆਪਣੀ ਗੁਰਗੱਦੀ ਤੇ ਰਹੇ ਆ। ਠੀਕ ਹੈ ਜੀ, ਤੇ ਇਹਨਾਂ ਨੇ ਮਸੰਦ ਪ੍ਰਥਾ ਆਰੰਭ ਕੀਤੀ ਸੀ ਤੇ ਇਹਨਾਂ ਦੇ ਵਿਸ਼ੇਸ਼ ਚੇਲੇ ਸੀਗੇ ਜੋ ਉਹ ਬਣੇ ਸੀ ਭਾਈ ਗੁਰਦਾਸ ਜੀ ਤੇ ਇਹਨਾਂ ਨੇ 30 ਵੱਖ-ਵੱਖ ਰਾਗਾਂ ਦੇ ਵਿੱਚ 638 ਮੰਤਰਾਂ ਦੀ ਰਚਨਾ ਕੀਤੀ, ਲਾਵਾਂ ਦੀ ਰਚਨਾ ਕੀਤੀ, ਘੋੜੀਆਂ ਦੀ ਰਚਨਾ ਕੀਤੀ। ਇਹਨਾਂ ਨੇ ਅੰਮ੍ਰਿਤਸਰ ਨਾਮ ਦਾ ਸ਼ਹਿਰ ਵਸਾਇਆ ਸੀ। ਠੀਕ ਹੈ ਜੀ, ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਅਕਬਰ। ਇਹਨਾਂ ਨੇ ਆਪਣੇ ਉੱਤਰਾਧਿਕਾਰੀ ਬਣਾਏ ਸੀ ਆਪਣੇ ਤੀਜੇ ਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਇਹਨਾਂ ਦਾ ਜੋਤੀ ਜੋਤ ਸਮਾਂ ਵਾ ਗੋਇੰਦਵਾਲ ਵਿਖੇ 1581 ਈਸਵੀ। ਠੀਕ ਹੈ, ਤਾਂ ਹੁਣ ਅਸੀਂ ਆਪਣੇ ਜਿਹੜੀ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਵੀਡੀਓ ਨੂੰ ਜ਼ਰੂਰ ਐਜ਼ ਅ ਟੈਸਟ ਮੰਨ ਕੇ ਹੀ ਅਟੈਂਪਟ ਕਰਨਾ। ਹਰ ਇੱਕ MCQ ਨੂੰ ਇਸ ਦੇ ਆਨਸਰ ਨੂੰ ਸੋਚਣ ਦੇ ਲਈ ਮੈਂ ਤੁਹਾਨੂੰ ਸਮਾਂ ਦਵਾਂਗੀ। ਠੀਕ ਹੈ ਜੀ, ਸਿੱਖਾਂ ਦੇ ਚੌਥੇ ਗੁਰੂ ਕੌਣ ਸਨ? ਹਾਂਜੀ, ਸਿੱਖਾਂ ਦੇ ਚੌਥੇ ਗੁਰੂ ਸਨ ਸ਼੍ਰੀ ਗੁਰੂ ਰਾਮਦਾਸ ਜੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਸ਼੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ। ਠੀਕ ਹੈ ਜੀ, ਤੇ ਇਹਨਾਂ ਦਾ ਪੁਰਾਣਾ ਨਾਮ ਸੀ ਭਾਈ ਜੇਠਾ ਜੀ। ਅਗਲਾ ਪ੍ਰਸ਼ਨ, ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ? ਹਾਂਜੀ, ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਜਿਹੜੇ ਸਟੂਡੈਂਟਸ ਨੋਟ ਕਰ ਰਹੇ ਨੇ ਗੁਰੂਆਂ ਦੇ ਨਾਲ ਰਿਲੇਟਡ ਉਹਨਾਂ ਦੇ ਜਨਮ ਸਥਾਨ ਤਾਂ ਉਹ ਆਸਾਨੀ ਦੇ ਨਾਲ ਦੇਖ ਸਕਦੇ ਨੇ। ਠੀਕ ਹੈ, ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਵਿੱਚ ਹੋਇਆ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਹੈ ਜੀ, ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ? ਹਾਂਜੀ, ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਮ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਕੀ ਨਾਮ ਸੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਮ? ਤਾਂ ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਹਰੀਦਾਸ ਜੀ। ਠੀਕ ਹੈ, ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਹਰੀਦਾਸ ਸੀ ਇਹਨਾਂ ਦੇ ਪਿਤਾ ਦਾ ਨਾਮ। ਅਗਲਾ ਪ੍ਰਸ਼ਨ ਹੈ ਜੀ, ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਕੀ ਸੀ? ਹਾਂਜੀ, ਸ਼੍ਰੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਭਾਈ ਜੇਠਾ ਜੀ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਠੀਕ ਹੈ, ਭਾਈ ਜੇਠਾ ਜੀ। ਅਗਲਾ ਪ੍ਰਸ਼ਨ ਹੈ ਜੀ, ਸ਼ਬਦ ਜੇਠਾ ਦਾ ਅਰਥ ਕੀ ਹੈ? ਹਾਂਜੀ, ਅਰਥ ਹੁਣ ਜੇਠਾ ਸ਼ਬਦ ਆ ਜਿਹੜਾ ਜਿਵੇਂ ਭਾਈ ਜੇਠਾ ਜੀ ਸੀ ਇਹਨਾਂ ਦਾ ਨਾਮ। ਠੀਕ ਹੈ, ਜੇਠਾ ਦਾ ਅਰਥ ਕੀ ਹੁੰਦਾ? ਜੇਠਾ ਤੁਹਾਨੂੰ ਪਤਾ ਹੋਵੇਗਾ। ਠੀਕ ਹੈ, ਜੇਠਾ ਦਾ ਅਰਥ ਕੀ ਹੁੰਦਾ?
पहली संतान नूं असीं जेठा बोलते हैं, ठीक है, जां कह दिंदे जेठा मुंडा जां जेठी कुड़ी है, जिहड़ा पहला बच्चा हुंदा उहनूं असीं जेठा बोल दिंदे आ, ठीक है जी। अगला प्रश्न असीं करदे हां। हाँ जी, अगले प्रश्न दे विच उन्होंने पूछा मसंद प्रणाली की शुरुआत किसने की सी। हाँ जी, मसंद प्रणाली की जिहड़ी शुरुआत आ, मसंद प्रणाली इन्होंने चलाई सी श्री गुरु रामदास जी ने। ऑप्शन नंबर बी इज़ द राइट आंसर। तो मसंद प्रणाली है जिहड़ी इसनूं अगे जाके श्री गुरु गोबिंद सिंह जी ने खत्म कर दिता सी, ठीक है, ये भी तुसीं याद रखना। अगला प्रश्न, मसंद प्रणाली शुरू करन दा मुख उद्देश की सी। हाँ जी, मसंद प्रणाली शुरू करन दा मुख उद्देश सी की सी मुख उद्देश मसंद प्रणाली शुरू करन दा? सरोवर अते पंगत लई पैसे इकट्ठे करना, ठीक है, सरोवर अते पंगत दे लई पैसे इकट्ठे करना मसंद प्रणाली का मुख उद्देश सी। ऑप्शन नंबर बी इज़ द राइट आंसर। अगला प्रश्न है जी, गुरु रामदास जी की माता का नाम की सी। हाँ जी, श्री गुरु रामदास जी की माता का नाम की सी। मैं तुहानूं जिवें दस्सिया सी कि श्री गुरु रामदास जी की माता का नाम दया कौर है, ठीक है। कई बुक्स दे विच तुहानूं दया कौर मिलेगा, पर कई बुक्स दे विच तुहानूं किहड़ा नाम मिलेगा? श्री गुरु रामदास जी की माता का नाम माता अनूप देवी, ठीक है। इस गल का ध्यान रखना। हरेक राइटर दे आपां कह सकते हैं अलग अलग इशूज़ रहे आ। एक तो इन्हों के मेन सन डेट के नाल जिवें आपां कह दिंदे आ बर्थ डेट ऑफ बर्थ के नाल रिलेटिड, कि जिवें मंथ दे विच इन्हां दे इशू रहे आ, ठीक है। तो एक माता के नाल रिलेटिड हरेक गुरु साहिबान की माता के नाल रिलेटिड अलग अलग नाम लिखे आ हरेक राइटर दे, ठीक है, अलग अलग राइटर ने आपां कह सकते हैं। तो हुण अगला प्रश्न आ, मसंद शब्द का की अर्थ है? मसंद प्रथा जिहड़ी कि जिसका काम सीगा सरोवरां लई पैसे इकट्ठे करना, ठीक है, मसंद शब्द का वो अर्थ की सी? तो इसका राइट आंसर है ऑप्शन नंबर सी, सन्मान का पद। सन्मान का पद मसंद पद का अर्थ सी, ठीक है। अगला प्रश्न, मसंद प्रणाली किस गुरु के अधीन विकसित की गई सी? हाँ जी, मसंद प्रणाली है जिहड़ी वो किस गुरु के अधीन विकसित की गई सी? तो इसका राइट आंसर है श्री गुरु अर्जन देव जी, ठीक है। श्री गुरु अर्जन देव जी के अधीन विकसित की गई सी, पर शुरू की सी श्री गुरु रामदास जी ने। इस गल का ध्यान रखना। अगला प्रश्न है जी, किहड़े गुरु ने मसंद प्रणाली नूं खत्म कर दिता सी? मैं तुहानूं ऑलरेडी ही दस दिता है कि मसंद प्रणाली नूं शुरू किया सी श्री गुरु रामदास जी ने, विकसित किया सी श्री गुरु अर्जन देव जी ने, खत्म किया सी श्री गुरु गोबिंद सिंह जी ने। ऑप्शन नंबर डी इज़ द राइट आंसर, ठीक है जी। इस गल का तुसीं ध्यान रखना। अगला प्रश्न असीं करते हैं, मसंद शब्द किस भाषा तो लिया गया है? हाँ जी, जिहड़ा मसंद शब्द आ ये किहड़ी भाषा तो लिया गया? अरबी तो। ऑप्शन नंबर सी इज़ द राइट आंसर। अगला प्रश्न है जी, उदासी संप्रदा की स्थापना किसने की सी? हाँ जी, उदासी संप्रदा की स्थापना मा जिहड़ी ये कीती सी बाबा श्री चंद ने। ऑप्शन नंबर सी इज़ द राइट आंसर। अगला प्रश्न है जी, उदासी संप्रदा किस गुरु के समय स्थापित हुई सी? हाँ जी, उदासी संप्रदा किस गुरु के समय स्थापित हुई सी? समाप्त किन्ना दे समय हुई सी? श्री गुरु अंगद देव जी के समय। देखो घुमा फिरा के पूछा गया ना, शुरू कदों हुई सी? श्री गुरु नानक देव जी तो शुरू हुई सी, ते उदासी संप्रदा खत्म हुई सी श्री गुरु अंगद देव जी के समय। अगला प्रश्न है जी, श्री गुरु रामदास जी की गुरगद्दी का समा की सी? हाँ जी, श्री गुरु रामदास जी की गुरगद्दी का समा सी, देख सकते हो तुसीं बाकी ऑप्शन भी, इन्हां दी गुरगद्दी का समा सी 1574 तो 1581। ऑप्शन नंबर ए इज़ द राइट आंसर। अगला प्रश्न, श्री गुरु रामदास जी के पुत्रां का नाम की सी? हाँ जी, श्री गुरु रामदास जी के 3 पुत्र सी, श्री गुरु अर्जन देव जी, ठीक है, ये भी इन्हां दे पुत्रां दा नाम है। श्री गुरु अर्जन देव जी इन्हां दे तीजे पुत्र सी, महादेव इन्हां दे दूजे पुत्र सी, प्रिथिया इन्हां दे तीजे पुत्र सी। तो ऑप्शन नंबर इज़ द राइट आंसर है जी डी, कि उपरोक्त सारे ही, ठीक है जी। अगला प्रश्न, श्री गुरु रामदास जी के समकाली मुगल शासक कौन सी? हाँ जी, श्री गुरु रामदास जी के समकालीन मुगल शासक सन कौन सन? अकबर। ऑप्शन नंबर डी इज़ द राइट आंसर। श्री गुरु अमरदास जी समय भी अकबर ही सी, ते श्री गुरु रामदास जी के समय भी अकबर सी मुगल शासक, ये तुसीं याद रखना। अगला प्रश्न, किहड़ा मुगल राजा गुरु रामदास जी नूं मिलण लई आया सी?
हाँ जी, किहड़ा मुगल राजा वा जिहड़ा श्री गुरु रामदास जी नूं मिलण आया सी? तां ये मिलण आए सी अकबर। ऑप्शन नंबर ए इज़ द राइट आंसर। ठीक है जी। अगला प्रश्न, लामा दी रसम किस समय कीती जाती है? हाँ जी, जिवें कि तुहानूं पता जदों भी साडे सिख धर्म दे विच विआह हुंदा तां विआह दे समय 4 लावां पढ़ीਆਂ ਜਾਂਦੀਆਂ ने। ठीक है, 4 ਲਾਵਾਵਾਂ ਜਿਹੜੀਆਂ ਉਹ ਪੜ੍ਹੀਆਂ ਜਾਂਦੀਆਂ, ਮੰਤਰ ਦੇ 4 ਭਾਗ ਪੜ੍ਹੇ ਜਾਂਦੇ ਆ ਜਿਹੜੇ ਮਨੁੱਖੀ ਜੀਵਨ ਸੋਚ ਦੀਆਂ 4 ਅਵਸਥਾਵਾਂ ਨੂੰ ਦਰਸਾਉਂਦੇ ਆ। ਠੀਕ ਹੈ, ਪਹਿਲਾ ਚੱਕਰ ਜਿਵੇਂ ਗ੍ਰਹਿਸਥ ਜੀਵਨ ਦੇ ਵਿੱਚ ਆਉਣ ਵਾਲੇ ਰੱਬੀ ਰਹਿਮਤ ਦੀ ਮੰਗ ਨੂੰ ਦਰਸਾਉਂਦਾ ਹਨ। ਦੂਜਾ ਚੱਕਰ ਦੋਹਾਂ ਦਾ ਮਿਲਣ ਰੱਬ ਵੱਲੋਂ ਕਰਵਾਇਆ ਗਿਆ, ਇਹ ਦੱਸਦਾ। ਤੀਜਾ ਗੇੜਾ ਜਿਹੜਾ ਉਹ ਕੀ ਕਹਿੰਦਾ ਕਿ ਜੋੜੇ ਨੂੰ ਉਪਦੇਸ਼ ਹੁੰਦਾ ਕਿ ਉਹ ਬਹੁਤ ਖੁਸ਼ਕਿਸਮਤ ਆ ਜਿਨ੍ਹਾਂ ਨੇ ਸੰਤਾਂ ਦੀ ਸੰਗਤ ਵਿੱਚ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ। ਅਤੇ ਚੌਥੇ ਚਰਨ ਵਿੱਚ ਇਹ ਬਿਆਨ ਹੁੰਦਾ ਕਿ ਜੋੜੇ ਦੀ ਮਨੋਕਾਮਨਾ ਪੂਰੀ ਹੋਈ ਅਤੇ ਉਹਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਹਨਾਂ ਦਾ ਜਿਹੜਾ ਵਿਆਹ ਵਾ ਉਹ ਹੋ ਜਾਂਦਾ। ਠੀਕ ਹੈ, ਤਾਂ ਵਿਆਹ ਦੇ ਸਮੇਂ 4 ਲਾਵਾਂ ਪੜ੍ਹੀਆਂ ਜਾਂਦੀਆਂ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ ਜੀ, ਤੇ ਇਹ 4 ਲਾਵਾਂ ਜਿਹੜੀਆਂ ਇਹ 4 ਲਾਵਾਂ 4 ਵਾਕਾਂ ਦੇ ਸਮੂਹ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ। ਠੀਕ ਹੈ ਜੀ, ਤੇ 4 ਵਾਕਾਂ ਨੂੰ ਹੀ ਅਸੀਂ ਲਾਵਾਂ ਬੋਲਦੇ ਹਾਂ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਨਿਰਮਾਣ ਕੀਤੇ ਸਰੋਵਰ ਦਾ ਨਾਮ ਕੀ ਸੀ? ਹਾਂਜੀ, ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਕਿਹੜੇ ਸਰੋਵਰ ਦਾ ਨਿਰਮਾਣ ਕਰਵਾਇਆ ਗਿਆ ਸੀ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ ਬੀ ਅੰਮ੍ਰਿਤਸਰ। ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਰਵਾਇਆ ਗਿਆ ਸੀ ਸ਼੍ਰੀ ਗੁਰੂ ਰਾਮਦਾਸ ਜੀ ਬਾਰੇ। ਕਈ ਸਟੂਡੈਂਟਸ ਸੰਤੋਖਸਰ ਬਾਰੇ ਸੋਚ ਰਹੇ ਹੋਣਗੇ, ਇਸ ਦੇ ਬਾਰੇ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੀ। ਇਸ ਦਾ ਨਿਰਮਾਣ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ, ਸੰਤੋਖਸਰ ਸਰੋਵਰ ਦਾ ਨਿਰਮਾਣ ਕਿਸ ਨੇ ਕੀਤਾ ਸੀ? ਹਾਂਜੀ, ਸੰਤੋਖਸਰ ਸਰੋਵਰ ਦਾ ਨਿਰਮਾਣ ਕਰਵਾਇਆ ਸੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਆ ਜੀ, ਵਿਆਹ ਦੇ ਸਮੇਂ ਲਾਵਾਂ ਦੀ ਰਸਮ ਕਿਸ ਨੇ ਆਰੰਭ ਕੀਤੀ ਸੀ? ਹਾਂਜੀ, ਵਿਆਹ ਦੇ ਸਮੇਂ ਲਾਵਾਂ ਦੀ ਰਸਮ ਆਰੰਭ ਕੀਤੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਸ਼੍ਰੀ ਗੁਰੂ ਰਾਮਦਾਸ ਜੀ ਨੇ ਵਿਆਹ ਦੇ ਸਮੇਂ ਲਾਵਾਂ ਦੀ ਪ੍ਰਥਾ ਆਰੰਭ ਕੀਤੀ ਸੀ। ਅਗਲਾ ਪ੍ਰਸ਼ਨ, ਸੰਤੋਖਸਰ ਦਾ ਸਰੋਵਰ ਕਿੱਥੇ ਬਣਾਇਆ ਗਿਆ ਸੀ? ਹਾਂਜੀ, ਸੰਤੋਖਸਰ ਦਾ ਜਿਹੜਾ ਸਰੋਵਰ ਆ ਇਹ ਕਿੱਥੇ ਬਣਾਇਆ ਗਿਆ ਸੀ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ ਏ ਅੰਮ੍ਰਿਤਸਰ ਦੇ ਵਿੱਚ। ਜਿਹੜਾ ਅੰਮ੍ਰਿਤਸਰ ਸਰੋਵਰ ਆ ਉਸ ਦਾ ਨਿਰਮਾਣ ਕਰਵਾਇਆ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ। ਠੀਕ ਹੈ, ਤੇ ਜਿਹੜਾ ਸੰਤੋਖਸਰ ਸਰੋਵਰ ਆ ਇਹ ਅੰਮ੍ਰਿਤਸਰ ਦੇ ਵਿੱਚ ਹੀ ਬਣਿਆ, ਇਸ ਦਾ ਨਿਰਮਾਣ ਕਰਵਾਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ? ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ, ਤਾਂ ਇਸ ਦਾ ਪੁਰਾਣਾ ਨਾਮ ਸੀ ਰਾਮਦਾਸਪੁਰਾ। ਠੀਕ ਹੈ, ਤੇ ਇਸ ਨੂੰ ਗੁਰੂ ਕਾ ਚੱਕ ਵੀ ਬੋਲਿਆ ਜਾਂਦਾ, ਇਸ ਨੂੰ ਸਿੱਖਾਂ ਦੀ ਰਾਜਧਾਨੀ ਵੀ ਬੋਲਿਆ ਜਾਂਦਾ, ਧਾਰਮਿਕ ਰਾਜਧਾਨੀ, ਸਿੱਖਾਂ ਦੀ ਧਾਰਮਿਕ ਰਾਜਧਾਨੀ ਆ। ਦੇਖੋ ਵੈਸੇ ਗੱਲ ਕਰੀਏ ਪੰਜਾਬ ਦੀ ਰਾਜਧਾਨੀ ਆ ਚੰਡੀਗੜ੍ਹ। ਠੀਕ ਹੈ, ਕੀ ਆ? ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ। ਫਿਰ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਆਰਥਿਕ ਰਾਜਧਾਨੀ ਆ ਉਹ ਹੈਗੀ ਆ ਜੀ ਲੁਧਿਆਣਾ। ਠੀਕ ਹੈ ਜੀ, ਲੁਧਿਆਣਾ ਪੰਜਾਬ ਦੀ ਆਰਥਿਕ ਰਾਜਧਾਨੀ ਆ। ਫਿਰ ਉਸ ਤੋਂ ਬਾਅਦ ਸਿੱਖਾਂ ਦੀ ਧਾਰਮਿਕ ਰਾਜਧਾਨੀ ਆ ਜਿਹੜੀ ਉਹ ਆ ਧਾਰਮਿਕ ਰਾਜਧਾਨੀ ਪੰਜਾਬ ਦੀ ਧਾਰਮਿਕ ਰਾਜਧਾਨੀ ਆ ਅੰਮ੍ਰਿਤਸਰ। ਠੀਕ ਹੈ, ਇਸ ਗੱਲ ਨੂੰ ਧਿਆਨ ਰੱਖਣਾ। ਹੁਣ ਇਹ ਅੰਮ੍ਰਿਤਸਰ ਐਟ ਪ੍ਰੈਜ਼ੈਂਟ ਸਿੱਖਾਂ ਦਾ ਵਾ ਜਿਹੜਾ ਕੇਂਦਰ ਆ, ਸਿੱਖ ਧਰਮ ਦਾ ਮਹਾਨ ਕੇਂਦਰ ਆ। ਠੀਕ ਹੈ, ਅੰਮ੍ਰਿਤਸਰ। ਪਰ ਇਹਨਾਂ ਤੋਂ ਪਹਿਲਾਂ ਸਿੱਖਾਂ ਦਾ ਜਿਹੜਾ ਮੁੱਖ ਕੇਂਦਰ ਸੀ ਉਹ ਕਿਹੜਾ ਸੀਗਾ? ਗੋਇੰਦਵਾਲ। ਇਸ ਦਾ ਵੀ ਧਿਆਨ ਰੱਖਣਾ। ਤਾਂ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ? ਹਾਂਜੀ, ਜਿਹੜੇ ਵੀ ਸਟੂਡੈਂਟਸ ਨੂੰ ਪਤਾ ਕਮੈਂਟ ਬਾਕਸ ਦੇ ਵਿੱਚ ਲਿਖਣ, ਰਾਮਦਾਸਪੁਰਾ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ ਆ ਜੀ, ਲੋਕ ਗੀਤ ਘੋੜੀਆਂ ਦੀ ਰਚਨਾ ਕਿਸ ਗੁਰੂ ਨੇ ਕੀਤੀ ਸੀ? ਹਾਂਜੀ, ਲੋਕ ਗੀਤ ਘੋੜੀਆਂ ਦੀ ਰਚਨਾ ਕੀਤੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ ਜੀ, ਘੋੜੀਆਂ ਨੂੰ ਕਿਸ ਸਮੇਂ ਗਾਇਆ ਜਾਂਦਾ ਹੈ? ਹਾਂਜੀ, ਉਮੀਦ ਕਰਦੀ ਹਾਂ ਕਿ ਇਸ ਦਾ ਆਂਸਰ ਤੁਸੀਂ ਸਾਰੇ ਹੀ ਸਟੂਡੈਂਟਸ ਦੇਵੋਗੇ। ਘੋੜੀਆਂ ਨੂੰ ਕਿਹੜੇ ਸਮੇਂ ਗਾਇਆ ਜਾਂਦਾ ਸੀ? ਹਾਂਜੀ, ਘੋੜੀਆਂ ਗਾਈਆਂ ਜਾਂਦੀਆਂ ਨੇ ਵਿਆਹ ਦੇ ਸਮੇਂ ਲਾੜੇ ਵਾਲੇ ਪਾਸਿਓਂ, ਜਾਣੀ ਕਿ ਮੁੰਡੇ ਵਾਲੇ ਪਾਸੇ ਮੁੰਡੇ ਦੇ ਵਿਆਹ ਸਮੇਂ ਗਾਈਆਂ ਜਾਂਦੀਆਂ ਘੋੜੀਆਂ, ਇਹ ਕਹਿ ਸਕਦੇ ਹਾਂ ਆਪਾਂ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਹੈ। ਠੀਕ ਹੈ ਜੀ। ਅਗਲਾ ਪ੍ਰਸ਼ਨ,
ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਲਈ ਕਿਸ ਨੇ ਜ਼ਮੀਨ ਦਾਨ ਕੀਤੀ ਸੀ? ਹਾਂਜੀ, ਸ਼੍ਰੀ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਵਸਾਉਣ ਦੇ ਲਈ ਕਿਸ ਨੇ ਜ਼ਮੀਨ ਦਾਨ ਕੀਤੀ ਸੀ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ, ਅਕਬਰ। ਅਕਬਰ ਸ਼੍ਰੀ ਗੁਰੂ ਰਾਮਦਾਸ ਜੀ ਦੇ ਜਿਹੜੇ ਅਕਬਰ ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਆਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਲੰਗਰ ਛਕੋ, ਉਸ ਤੋਂ ਬਾਅਦ ਮੈਨੂੰ ਮਿਲਿਓ, ਠੀਕ ਹੈ। ਤਾਂ ਇਸ ਗੱਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਅਕਬਰ। ਇਸ ਗੱਲ ਦਾ ਧਿਆਨ ਰੱਖਣਾ ਤੁਸੀਂ, ਤੇ ਇਸ ਗੱਲ ਤੋਂ ਹੀ ਪ੍ਰਭਾਵਿਤ ਹੋ ਕੇ, ਖੁਸ਼ ਹੋ ਕੇ ਉਹਨੇ ਜ਼ਮੀਨ ਦਾਨ ਕੀਤੀ ਸੀ। ਅਗਲਾ ਪ੍ਰਸ਼ਨ ਆ, ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਰਾਮਦਾਸ ਜੀ ਦਾ ਸਭ ਤੋਂ ਮਹੱਤਵਪੂਰਨ ਕਾਰਜ ਕਿਹੜਾ ਸੀ? ਹਾਂਜੀ, ਸਿੱਖ ਧਰਮ ਦੇ ਵਿਕਾਸ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜੇਕਰ ਅਸੀਂ ਮਹੱਤਵਪੂਰਨ ਕਾਰਜ ਦੇਖੀਏ, ਕੰਮ ਦੇਖੀਏ, ਤਾਂ ਉਹ ਸੀਗਾ ਰਾਮਦਾਸਪੁਰ ਦੀ ਬੁਨਿਆਦ, ਜਾਂ ਕਹਿ ਸਕਦੇ ਹਾਂ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਸ਼੍ਰੀ ਗੁਰੂ ਰਾਮਦਾਸ ਜੀ ਦਾ ਉੱਤਰਾਧਿਕਾਰੀ ਕੌਣ ਸੀ? ਹਾਂਜੀ, ਸ਼੍ਰੀ ਗੁਰੂ ਰਾਮਦਾਸ ਜੀ ਦੇ ਉੱਤਰਾਧਿਕਾਰੀ ਬਣੇ ਸੀ, ਸਿੱਖਾਂ ਦੇ 5ਵੇਂ ਗੁਰੂ ਬਣੇ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ, ਜਿਹੜੇ ਕਿ ਇਹਨਾਂ ਦੇ ਤੀਜੇ ਪੁੱਤਰ ਸਨ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਤੇ ਸਿੱਖ ਧਰਮ ਦੇ ਵਿੱਚ ਆਪਣੇ ਵੰਸ਼ ਨੂੰ ਗੁਰਗੱਦੀ ਸੰਭਾਲਣ ਦਾ ਕਾਰਜ ਕਿਹਨਾਂ ਨੇ ਸ਼ੁਰੂ ਕੀਤਾ ਸੀ? ਸ਼੍ਰੀ ਗੁਰੂ ਰਾਮਦਾਸ ਜੀ ਨੇ ਕੀਤਾ ਸੀ, ਠੀਕ ਹੈ। ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਅਗਲਾ ਪ੍ਰਸ਼ਨ, ਕਿਹੜਾ ਸਥਾਨ ਸਿੱਖਾਂ ਦਾ ਮੱਕਾ ਵਜੋਂ ਜਾਣਿਆ ਜਾਂਦਾ? ਜਿਹੜੇ ਸਟੂਡੈਂਟਸ ਨੇ ਫੋਰੈਸਟ ਗਾਰਡ ਦਾ ਐਗਜ਼ਾਮ ਦਿੱਤਾ ਤਾਂ ਉਹਨਾਂ ਨੂੰ ਪਤਾ ਹੋਣਾ ਹੀ ਇਹ ਆਪਣਾ ਜਿਹੜਾ MCQ ਆ ਐਗਜ਼ਾਮ ਦੇ ਵਿੱਚ ਆਇਆ ਫੋਰੈਸਟ ਗਾਰਡ ਦੇ ਵਿੱਚ, ਠੀਕ ਹੈ। ਸਿੱਖਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ ਜੀ ਅੰਮ੍ਰਿਤਸਰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅੰਮ੍ਰਿਤਸਰ ਸਿੱਖਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ। ਅਗਲਾ ਪ੍ਰਸ਼ਨ ਹੈ ਜੀ, ਇਹਨਾਂ ਵਿੱਚੋਂ ਕਿਹੜਾ ਗੁਰੂ ਦੀ ਨਗਰੀ ਵਜੋਂ ਜਾਣਿਆ ਜਾਂਦਾ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਸਥਾਨ ਆ ਜਿਹੜਾ ਗੁਰੂ ਦੀ ਨਗਰੀ ਵਜੋਂ ਜਾਣਿਆ ਜਾਂਦਾ? ਤਾਂ ਗੁਰੂ ਦੀ ਨਗਰੀ ਵੀ ਅੰਮ੍ਰਿਤਸਰ ਨੂੰ ਹੀ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਕਿਹੜੇ ਸ਼ਹਿਰ ਨੂੰ ਸਿੱਖਾਂ ਦੀ ਧਾਰਮਿਕ ਰਾਜਧਾਨੀ ਮੰਨਿਆ ਜਾਂਦਾ ਹੈ? ਹਾਂਜੀ, ਮੈਂ ਆਲਰੇਡੀ ਦੱਸ ਚੁੱਕੀ ਹਾਂ, ਸਿੱਖਾਂ ਦੀ ਧਾਰਮਿਕ ਰਾਜਧਾਨੀ ਆ ਕਿਹੜੀ ਆ? ਅੰਮ੍ਰਿਤਸਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਸ਼੍ਰੀ ਗੁਰੂ ਰਾਮਦਾਸ ਜੀ ਦੀਆਂ ਕਿੰਨੀਆਂ ਬਾਣੀਆਂ ਆਦਿ ਗ੍ਰੰਥ ਵਿੱਚ ਦਰਜ ਹਨ? ਹਾਂਜੀ, ਸ਼੍ਰੀ ਗੁਰੂ ਰਾਮਦਾਸ ਜੀ ਦੀਆਂ ਕਿੰਨੀਆਂ ਬਾਣੀਆਂ ਆਦਿ ਗ੍ਰੰਥ ਵਿੱਚ ਦਰਜ ਆ? 679। ਸਭ ਤੋਂ ਘੱਟ ਕਿਹਨਾਂ ਦੀਆਂ? ਸ਼੍ਰੀ ਗੁਰੂ ਅੰਗਦ ਦੇਵ ਜੀ ਦੀਆਂ, ਕਿਉਂਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦੀਆਂ ਸਿਰਫ 62 ਬਾਣੀਆਂ ਦਰਜ ਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਠੀਕ ਹੈ। ਇਸ ਗੱਲ ਦਾ ਧਿਆਨ ਰੱਖਣਾ, ਨਾਲ ਦੀ ਨਾਲ ਨੋਟ ਕਰਦੇ ਜਾਇਆ ਕਰੋ। ਅਗਲਾ ਪ੍ਰਸ਼ਨ, ਹਰਮੰਦਰ ਸਾਹਿਬ ਸ਼ਬਦ ਦਾ ਕੀ ਅਰਥ ਹੈ? ਹਾਂਜੀ, ਹਰਮੰਦਰ ਸਾਹਿਬ ਸ਼ਬਦ ਦਾ ਅਰਥ ਹੈ ਰੱਬ ਦਾ ਮੰਦਰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹਰਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ? ਹਾਂਜੀ, ਹਰਮੰਦਰ ਸਾਹਿਬ ਦਾ ਜਿਹੜਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ? ਹਾਂਜੀ, ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਠੀਕ ਹੈ। 1599 ਈਸਵੀ ਦੇ ਵਿੱਚ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਲਈ ਉਹਨਾਂ ਨੇ ਸੂਫੀ ਸੰਤ ਮੀਆਂ ਮੀਰ ਜੀ ਨੂੰ ਸੱਦਾ ਭੇਜਿਆ ਸੀ। ਤਾਂ ਹਰਮੰਦਰ ਸਾਹਿਬ ਦਾ ਜਿਹੜਾ ਨੀਂਹ ਪੱਥਰ ਆ ਰੱਖਿਆ ਸੀ, ਕਿਹਨਾਂ ਨੇ ਰੱਖਿਆ ਸੀ? ਸੂਫੀ ਸੰਤ ਮੀਆਂ ਮੀਰ ਜੀ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇਹ MCQ ਜਿਹੜੇ ਸਟੂਡੈਂਟਸ ਨੇ ਪਟਵਾਰੀ ਦਾ ਪੇਪਰ ਦਿੱਤਾ, ਪੰਜਾਬ ਪਟਵਾਰੀ ਦਾ, ਉਸ ਦੇ ਵਿੱਚ ਆ ਚੁੱਕਿਆ ਕਿ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ? ਸੂਫੀ ਸੰਤ ਮੀਆਂ ਮੀਰ ਜੀ ਨੇ ਰੱਖਿਆ ਸੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ? ਹਾਂਜੀ, ਹਰਮੰਦਰ ਸਾਹਿਬ, ਜਿਵੇਂ ਕਿ ਤੁਹਾਨੂੰ ਪਤਾ ਹੈ ਹਰਮੰਦਰ ਸਾਹਿਬ ਦੀ ਸਥਾਪਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ, ਠੀਕ ਹੈ। ਤੇ ਹਰਮੰਦਰ ਸਾਹਿਬ ਦੀ ਸਥਾਪਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਇਸ ਤੋਂ ਇਲਾਵਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਸਥਾਪਨਾ ਕੀਤੀ ਸੀ, ਤੁਹਾਨੂੰ ਪਤਾ ਹੋਵੇਗਾ, ਠੀਕ ਹੈ। ਤੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਜਿਹੜਾ ਸੰਕਲਨ ਆ ਉਹ ਪੂਰਾ ਕਰਵਾਇਆ ਸੀ 1604 ਈਸਵੀ ਦੇ ਵਿੱਚ। ਤੇ ਉਸ ਸਮੇਂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਆਪਾਂ ਕਹਿ ਸਕਦੇ ਹਾਂ ਪਹਿਲੀ ਪੋਥੀ ਸੀ ਜੋ ਪਹਿਲਾਂ ਤਿਆਰ ਕੀਤਾ ਗਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹ ਹਰਮੰਦਰ ਸਾਹਿਬ ਦੇ ਵਿੱਚ ਰਖਾਇਆ ਸੀ। ਤੇ ਉਸ ਦੇ ਪਹਿਲੇ ਗ੍ਰੰਥੀ ਬਣਾਏ ਸੀ
ਬਾਬਾ ਬੁੱਢਾ ਜੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਬਾਬਾ ਬੁੱਢਾ ਜੀ ਨੇ ਪਹਿਲੇ 6 ਗੁਰੂਆਂ ਦੇ ਗੁਰਗੱਦੀ ਦੀ ਤਿਲਕ ਦੀ ਰਸਮ ਵੀ ਕੀਤੀ ਸੀ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ, ਠੀਕ ਹੈ। ਪਹਿਲੇ 6 ਗੁਰੂਆਂ ਦੇ ਗੁਰਗੱਦੀ ਦੀ ਤਿਲਕ ਦੀ ਰਸਮ ਕੀਤੀ ਸੀ ਬਾਬਾ ਬੁੱਢਾ ਜੀ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਕਿਹਨਾਂ ਨੇ ਸੀ? ਭਾਈ ਗੁਰਦਾਸ ਜੀ ਨੇ। ਅਗਲਾ ਪ੍ਰਸ਼ਨ ਆ, ਸੂਫੀ ਫਕੀਰ ਮੀਆਂ ਮੀਰ ਕਿੱਥੇ ਦੇ ਨਿਵਾਸੀ ਸਨ? ਹਾਂਜੀ, ਸੂਫੀ ਕਬੀਰ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ, ਸੂਫੀ ਫਕੀਰ ਮੀਆਂ ਮੀਰ ਜਾਂ ਸੂਫੀ ਸੰਤ ਮੀਆਂ ਮੀਰ ਕਿੱਥੇ ਦੇ ਨਿਵਾਸੀ ਸਨ? ਤਾਂ ਇਹ ਨਿਵਾਸੀ ਸਨ ਜੀ ਲਾਹੌਰ ਦੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਲਾਹੌਰ। ਅਗਲਾ ਪ੍ਰਸ਼ਨ ਆ ਜੀ, ਗੁਰੂ ਗੋਲਕ ਕਿੱਥੇ ਹੈ? ਹਾਂਜੀ, ਗੁਰੂ ਗੋਲਕ ਕਿੱਥੇ ਆ? ਹਰਮੰਦਰ ਸਾਹਿਬ ਦੇ ਵਿੱਚ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਲਾਵਾਂ ਕਿਸ ਦੁਆਰਾ ਰਚਿਆ ਗਿਆ ਸੀ? ਹਾਂਜੀ, ਲਾਵਾਂ ਦੀ ਰਚਨਾ ਕਿਹਨਾਂ ਨੇ ਕੀਤੀ ਸੀ? ਲਾਵਾਂ ਦੀ, ਘੋੜੀਆਂ ਦੀ ਰਚਨਾ ਕੀਤੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਿਸ ਦੀ ਦੇਖ ਰੇਖ ਹੇਠਾਂ ਕੀਤਾ ਗਿਆ ਸੀ? ਹਾਂਜੀ, ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਬਾਬਾ ਬੁੱਢਾ ਜੀ ਦੀ ਦੇਖ ਰੇਖ ਹੇਠ ਕੀਤਾ ਗਿਆ ਸੀ, ਠੀਕ ਹੈ। ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਿਸ ਦੀ ਦੇਖ ਰੇਖ ਹੇਠਾਂ ਹੋਇਆ ਸੀ? ਬਾਬਾ ਬੁੱਢਾ ਜੀ ਦੀ ਦੇਖ ਰੇਖ ਹੇਠਾਂ ਹੋਇਆ ਸੀ। ਬਾਕੀ ਅੰਮ੍ਰਿਤਸਰ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ, ਠੀਕ ਹੈ। ਚਲੋ, ਜਿਵੇਂ ਹੀ ਆਪਾਂ ਗੁਰੂ ਅਰਜਨ ਦੇਵ ਜੀ ਨਾਲ ਰਿਲੇਟਿਡ ਇੰਪੋਰਟੈਂਟ MCQ ਕਰਾਂਗੇ, ਉਹਨਾਂ ਦੇ ਨਾਲ ਰਿਲੇਟਿਡ ਵੀ ਮੈਂ ਤੁਹਾਨੂੰ ਕੁਝ ਫੈਕਟ ਦੱਸਾਂਗੀ, ਤਾਂ ਜੋ ਹੁਣ ਮੈਂ ਤੁਹਾਨੂੰ ਇਸ ਲਈ ਨਹੀਂ ਦੱਸ ਰਹੀ ਕਿ ਤੁਸੀਂ ਪਜ਼ਲ ਨਾ ਹੋਵੋ, ਠੀਕ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ। ਅੱਗੇ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਰਿਲੇਟਿਡ ਇੰਪੋਰਟੈਂਟ MCQ ਕਰਾਂਗੇ, ਜੋ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਬਣ ਸਕਦੇ ਆ। ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਕਦੋਂ ਸਥਾਪਿਤ ਕੀਤਾ ਗਿਆ ਸੀ? ਹਾਂਜੀ, ਹਰਿਮੰਦਰ ਸਾਹਿਬ ਦੇ ਵਿੱਚ ਆਦਿ ਗ੍ਰੰਥ ਕਦੋਂ ਸਥਾਪਿਤ ਕੀਤਾ ਗਿਆ ਸੀ? ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਸੀ, ਠੀਕ ਹੈ। ਤਾਂ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ 1604। ਜਿਵੇਂ ਕਿ ਤੁਹਾਨੂੰ ਪਤਾ ਹੈ, ਸ਼੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ 1604 ਦੇ ਵਿੱਚ ਪੂਰਾ ਹੋਇਆ ਸੀ, ਤਾਂ 1604 ਦੇ ਵਿੱਚ ਹੀ ਸਥਾਪਿਤ ਕਰ ਦਿੱਤੇ ਗਏ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰਿਮੰਦਰ ਸਾਹਿਬ ਦੇ ਵਿੱਚ। ਅਗਲਾ ਪ੍ਰਸ਼ਨ, ਹਰਿਮੰਦਰ ਸਾਹਿਬ ਦੀ ਮੁੱਖ ਵਿਸ਼ੇਸ਼ਤਾ ਕੀ ਹੈ? ਹਾਂਜੀ, ਹਰਿਮੰਦਰ ਸਾਹਿਬ ਦੀ ਮੁੱਖ ਵਿਸ਼ੇਸ਼ਤਾ ਹੈ ਕੀ ਆ? ਅਸੀਂ ਪੜ੍ਹ ਲੈਂਦੇ ਹਾਂ। ਚਾਰੋਂ ਦਿਸ਼ਾਵਾਂ ਵਿੱਚ 4 ਦਰਵਾਜ਼ੇ। ਇਹ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਹਰਿਮੰਦਰ ਸਾਹਿਬ ਦੀ ਆਪਾਂ ਵਿਸ਼ੇਸ਼ ਗੱਲ ਕਰੀਏ ਤਾਂ ਇਸ ਦੇ 4 ਦਰਵਾਜ਼ੇ ਹਨ, ਜੋ ਇਹ ਦਰਸਾਉਂਦੇ ਆ ਕਿ ਹਰਿਮੰਦਰ ਸਾਹਿਬ ਸਾਰਿਆਂ ਲਈ ਹੀ ਖੁੱਲ੍ਹਾ ਹੈ, ਠੀਕ ਹੈ। ਕਿਸੇ ਲਈ ਕੋਈ ਮਤਲਬ ਕਿ ਇਹ ਨਹੀਂਗਾ ਕਿ ਕੋਈ ਇਸ ਦੇ ਅੰਦਰ ਇਸ ਧਰਮ ਵਾਲਾ ਨਹੀਂ ਆ ਸਕਦਾ, ਠੀਕ ਹੈ, ਜਾਂ ਫਿਰ ਕੋਈ ਮੁਸਲਮਾਨ, ਕੋਈ ਹਿੰਦੂ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਈ ਕਿ ਪਹਿਲਾਂ ਮਨਾਹੀ ਹੁੰਦੀ ਸੀਗੀ ਕਿ ਮੁਸਲਮਾਨਾਂ ਦੀ ਮਸਜਿਦ ਦੇ ਵਿੱਚ ਅਸੀਂ ਨਹੀਂ ਜਾ ਸਕਦੇ ਸੀ, ਠੀਕ ਹੈ, ਜਾਂ ਹਿੰਦੂ ਨਹੀਂ ਜਾ ਸਕਦੇ ਸੀ, ਤੇ ਹਿੰਦੂਆਂ ਦੇ ਮੰਦਿਰ ਦੇ ਵਿੱਚ ਮੁਸਲਮਾਨ ਨਹੀਂ ਆਉਂਦੇ ਸੀ। ਤੇ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਖੁੱਲੇ ਸੀ ਕਿ ਇਹ ਸਭ ਦੇ ਲਈ ਬਣਿਆ ਵਾ। ਹਾਂਜੀ, ਹੋਰ ਇਮਾਰਤਾਂ ਨਾਲੋਂ ਨੀਚੇ ਇਹ ਬਣਵਾਇਆ ਤਾਂ ਗਿਆ ਸੀ। ਸੋਨੇ ਦੀ ਪਰਤ ਦਾ ਦਾਨ ਵੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਕਿੰਨਾ ਨੇ ਕੀਤਾ ਸੀ। ਤੇ ਰਾਈਟ ਇਹਦੀ ਆਪਸ਼ਨ ਡੀ ਆ, ਉਪਰੋਕਤ ਵਿੱਚੋਂ ਕੋਈ ਨਹੀਂ, ਜਿਹੜਾ ਕਿ ਗਲਤ ਆ, ਠੀਕ ਹੈ। ਇਹਦਾ ਰਾਈਟ ਆਨਸਰ ਕੀ ਹੈ? ਜੇ ਤਾਂ ਇੱਥੇ ਲਿਖਿਆ ਹੁੰਦਾ ਉਪਰੋਕਤ ਸਾਰੇ, ਤਾਂ ਅਸੀਂ ਆਨਸਰ ਲਗਾਉਣਾ ਸੀ ਆਪਸ਼ਨ ਡੀ, ਉਪਰੋਕਤ ਸਾਰੇ। ਪਰ ਹੁਣ ਉਹਨਾਂ ਨੇ ਕੀ ਪੁੱਛਿਆ? ਮੁੱਖ ਵਿਸ਼ੇਸ਼ਤਾ, ਠੀਕ ਹੈ, ਵੀ ਕੋਈ ਇੱਕ ਮੇਨ ਕਾਰਨ ਦੱਸਣਾ। ਇਹਦਾ ਮੇਨ ਕਾਰਨ ਇਹੀ ਸੀ ਕਿ ਚਾਰੋਂ ਦਿਸ਼ਾਵਾਂ ਵਿੱਚ 4 ਦਰਵਾਜ਼ੇ ਸਨ। 4 ਦਰਵਾਜ਼ਿਆਂ ਦਾ ਮੀਨਿੰਗ ਸੀ ਕਿ ਇਹ ਸਾਰਿਆਂ ਦੇ ਲਈ ਖੁੱਲ੍ਹਿਆ ਹੈ, ਕੋਈ ਵੀ ਜਾਤ ਧਰਮ ਵਾਲੇ ਇੱਥੇ ਆ ਸਕਦੇ ਨੇ। ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ। ਵੀਡੀਓ ਦੇ ਵਿੱਚ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ ਕਵਰ ਕਰਾਂਗੇ, ਜਿਹੜੇ ਕਿ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੇ ਹੋਣਗੇ। ਪਰ ਉਸ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੈ, ਤਾਂ ਜੋ ਤੁਸੀਂ ਵੀਡੀਓ ਨੂੰ ਐਜ਼ ਅ ਟੈਸਟ ਮੰਨ ਕੇ ਚੱਲ ਸਕੋ, ਮੈਂ ਤੁਹਾਨੂੰ 10 ਐਕਸਟਰਾ ਫੈਕਟ ਵੀ ਦੱਸਦੀ ਹਾਂ, ਠੀਕ ਹੈ, ਜਿਹਦੇ ਵਿੱਚ ਕੀ ਆ ਕਿ ਤੁਸੀਂ ਵੀਡੀਓ ਨੂੰ ਆਪ ਐਜ਼ ਅ ਟੈਸਟ ਮੰਨਦੇ ਹੋਏ ਅਟੈਂਪਟ ਕਰੋਗੇ ਤੇ ਇਸ ਦੇ ਨਾਲ ਤੁਹਾਨੂੰ ਆਨਸਰ ਪੱਕੇ ਹੋ ਜਾਣਗੇ। ਤਾਂ ਜਲਦੀ ਨਾਲ ਉਠਾਓ ਆਪਣੀ ਕਾਪੀ ਪੈਨ ਤੇ ਲਿਖੋ ਜਲਦੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ, ਮਾਤਾ ਪਿਤਾ ਦਾ ਨਾਮ, ਪਤਨੀ ਦਾ ਨਾਮ, ਸਪੁੱਤਰ ਦਾ ਨਾਮ, ਗੁਰਗੱਦੀ ਸਮਾਂ, ਉਹਨਾਂ ਨੇ ਕੀ ਕੁਝ ਪੂਰਾ ਕਰਵਾਇਆ, ਉਹਨਾਂ ਨੇ ਕੀ ਉਸਾਰੀ ਕਰਵਾਈ, ਉਹਨਾਂ ਨੇ ਕਿਸ ਨੂੰ ਕਿਸ ਦੀ ਜਾਂ ਆਪਾਂ ਕਹਿ ਸਕਦੇ ਕਿਸ ਦੀ ਰਚਨਾ ਕੀਤੀ, ਕਿਹੜਾ ਸ਼ਹਿਰ ਬਸਾਇਆ, ਠੀਕ ਹੈ, ਜਾਂ ਜੋਤੀ ਜੋਤ ਕਦੋਂ ਸਮਾਈ। ਤਾਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਵਿਖੇ ਹੋਇਆ। ਇਹਨਾਂ ਦੇ ਮਾਤਾ ਦਾ ਨਾਮ ਆ ਮਾਤਾ ਦਾ ਨਾਮ ਆ ਬੀਬੀ ਭਾਨੀ,
ਤੇ ਪਿਤਾ ਦਾ ਨਾਮ ਆ ਸ਼੍ਰੀ ਗੁਰੂ ਰਾਮਦਾਸ ਜੀ, ਜੋ ਕਿ ਸਿੱਖਾਂ ਦੇ ਚੌਥੇ ਗੁਰੂ ਸਨ। ਤੇ ਇਹਨਾਂ ਦੀ ਪਤਨੀ ਦਾ ਨਾਮ ਆ ਮਾਤਾ ਗੰਗਾ ਜੀ। ਇਹਨਾਂ ਦੇ ਸਪੁੱਤਰ ਦਾ ਨਾਮ ਆ ਸ਼੍ਰੀ ਗੁਰੂ ਹਰਗੋਬਿੰਦ ਜੀ। ਤੇ ਇਹਨਾਂ ਦੀ ਗੁਰਗੱਦੀ ਸਮਾਂ 1581 ਤੋਂ 1606 ਜਾਣੀ ਕਿ 25 ਸਾਲ। ਠੀਕ ਹੈ। ਫਿਰ ਸੰਪੂਰਨ ਇਹਨਾਂ ਨੇ ਕਰਵਾਇਆ ਸੀ ਅੰਮ੍ਰਿਤਸਰ ਸਰੋਵਰ, ਸੰਤੋਖਸਰ ਸਰੋਵਰ ਅਤੇ ਰਾਮਸਰ ਸਰੋਵਰ ਦਾ ਨਿਰਮਾਣ ਆ ਜਿਹੜਾ ਉਹ ਇਹਨਾਂ ਨੇ ਪੂਰਾ ਕਰਵਾਇਆ ਸੀ। ਉਸਾਰੀ ਕੀਤੀ ਸੀ ਇਹਨਾਂ ਨੇ ਹਰਿਮੰਦਰ ਸਾਹਿਬ ਦੀ। ਤੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਲਈ ਇਹਨਾਂ ਨੇ ਸੱਦਾ ਭੇਜਿਆ ਸੀ ਨੀਂਹ ਪੱਥਰ ਰੱਖਣ ਲਈ ਮੁਸਲਿਮ ਸੂਫੀ ਸੰਤ ਮੀਆਂ ਮੀਰ ਜੀ ਨੂੰ। ਤੇ ਇਹਨਾਂ ਨੇ ਰਚਨਾ ਕੀਤੀ ਸੀ ਆਦਿ ਗ੍ਰੰਥ ਦੀ, ਜਿਹੜੀ ਕਿ 1604 ਈਸਵੀ ਦੇ ਵਿੱਚ ਕੀਤੀ ਸੀ। ਤੇ ਸੁਖਮਣੀ ਸਾਹਿਬ ਦੀ ਰਚਨਾ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਇਹਨਾਂ ਨੇ ਸ਼ਹਿਰ ਬਸਾਇਆ ਸੀ ਤਰਨ ਤਾਰਨ 1590 ਦੇ ਵਿੱਚ। ਤੇ 1594 ਦੇ ਵਿੱਚ ਇਹਨਾਂ ਨੇ ਕਰਤਾਰਪੁਰ ਵਸਾਇਆ ਸੀ, ਜਿਹੜਾ ਕਿ ਜਲੰਧਰ ਦੇ ਵਿੱਚ ਆ। ਇੱਕ ਕਰਤਾਰਪੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ ਤੇ ਇੱਕ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਜੋ ਜਲੰਧਰ 'ਚ ਆ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ, ਜੋ ਪਾਕਿਸਤਾਨ 'ਚ ਆ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ। ਠੀਕ ਹੈ। ਇਹਨਾਂ ਨੇ ਆਪਾਂ ਕਹਿ ਸਕਦੇ ਇਹਨਾਂ ਨੇ ਪੁਨਰ ਨਿਰਮਾਣ ਕਰਵਾਇਆ ਸੀ ਰੁਹੇਲਾ ਪਿੰਡ ਦਾ, ਤੇ ਉਸ ਦਾ ਨਾਮ ਆਪਣੇ ਪੁੱਤਰ ਦੇ ਨਾਮ ਤੇ ਰੱਖਿਆ ਸੀ, ਹਰਗੋਬਿੰਦਪੁਰ ਰੱਖਿਆ ਸੀ। ਠੀਕ ਹੈ। ਤੇ ਇਹਨਾਂ ਨੇ ਦਸ਼ਵੰਧ ਕੱਢਣਾ ਜਾਰੀ ਕੀਤਾ ਸੀ। ਤੇ ਇਹਨਾਂ ਦੇ ਸਮੇਂ ਦੇ ਮੁਗਲ ਬਾਦਸ਼ਾਹ ਸੀ ਅਕਬਰ ਅਤੇ ਜਹਾਂਗੀਰ। ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਗੁਰੂ ਹਰਗੋਬਿੰਦ ਜੀ। ਤੇ ਇਹਨੇ ਜੋਤੀ ਜੋਤ ਸਮਾਏ ਸੀ 1606 ਈਸਵੀ ਦੇ ਵਿੱਚ ਲਾਹੌਰ ਵਿਖੇ। ਤੇ ਇਹਨਾਂ ਨੇ ਜਿਹੜੀ ਸ਼ਹੀਦੀ ਪਾਉਣ ਵਾਲੇ ਸਿੱਖ ਮੁਗਲਾਂ ਹੱਥੋਂ ਦਰਦਨਾਕ ਸ਼ਹੀਦੀ ਪਾਉਣ ਵਾਲੇ ਇਹ ਪਹਿਲੇ ਸਿੱਖ ਗੁਰੂ ਹੋਏ ਸੀ। ਠੀਕ ਹੈ ਜੀ। ਤਾਂ ਅਸੀਂ ਅੱਜ ਦੀ ਇਹ ਸਾਡੀ ਵੀਡੀਓ ਸਟਾਰਟ ਕਰਦੇ ਹਾਂ। ਹੁਣ ਤੁਹਾਨੂੰ ਐਜ਼ ਅ ਟੈਸਟ ਮੰਨ ਕੇ ਚੱਲਣ ਲਈ ਇਸ ਵੀਡੀਓ ਨੂੰ ਹਰੇਕ MCQ ਨੂੰ ਅਟੈਂਪਟ ਕਰਨ ਦੇ ਲਈ ਮੈਂ 3 ਸੈਕਿੰਡ ਦਵਾਂਗੀ। ਤਾਂ ਸਭ ਤੋਂ ਪਹਿਲਾਂ ਦੇਖੋ, ਸਿੱਖਾਂ ਦੇ 5ਵੇਂ ਗੁਰੂ ਕੌਣ ਸਨ? ਹਾਂਜੀ, ਸਿੱਖਾਂ ਦੇ 5ਵੇਂ ਗੁਰੂ ਕੌਣ ਸਨ? ਸਿੱਖਾਂ ਦੇ 5ਵੇਂ ਗੁਰੂ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ? ਹਾਂਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈਸਵੀ ਨੂੰ ਹੋਇਆ ਸੀ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਵਿਖੇ ਹੋਇਆ ਸੀ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਦਾ ਕੀ ਸਮਾਂ ਸੀ? ਹਾਂਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਦਾ ਸਮਾਂ ਸੀ 1581 ਤੋਂ 1606 ਈਸਵੀ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਕੌਣ ਸਨ? ਹਾਂਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਸਿੱਖਾਂ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਸਨ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਤੁਹਾਨੂੰ ਇੱਥੇ ਭਾਈ ਜੇਠਾ ਜੀ ਲਿਖਿਆ ਵੀ ਆ ਸਕਦਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਜਗ੍ਹਾ ਤੇ। ਠੀਕ ਹੈ, ਕਿਉਂਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪੁਰਾਣਾ ਨਾਮ ਸੀ ਜਾਂ ਪਹਿਲਾ ਨਾਮ ਸੀ ਭਾਈ ਜੇਠਾ ਜੀ। ਅਗਲਾ ਪ੍ਰਸ਼ਨ, ਗੁਰੂ ਅਰਜਨ ਦੇਵ ਜੀ ਦੀ ਮਾਤਾ ਕੌਣ ਸੀ? ਹਾਂਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ? ਬੀਬੀ ਭਾਨੀ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ? ਹਾਂਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਗੋਇੰਦਵਾਲ ਵਿਖੇ ਹੋਇਆ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸਿੱਖ ਇਤਿਹਾਸ ਵਿੱਚ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਕੌਣ ਸਨ? ਹਾਂਜੀ, ਸਿੱਖ ਇਤਿਹਾਸ ਦੇ ਵਿੱਚ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਸਨ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਸਿੱਖ ਧਰਮ ਜਾਂ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਕਿਸ ਨੂੰ ਸੱਚਾ ਪਾਤਸ਼ਾਹ ਮੰਨਿਆ ਗਿਆ ਸੀ? ਹਾਂਜੀ, ਸੱਚੇ ਪਾਤਸ਼ਾਹ ਦਾ ਨਾਮ ਸਭ ਤੋਂ ਪਹਿਲਾਂ ਕਿਹਨਾਂ ਨੂੰ ਦਿੱਤਾ ਗਿਆ ਸੀ ਸਿੱਖ ਇਤਿਹਾਸ ਦੇ ਵਿੱਚੋਂ? ਤਾਂ ਇਹ ਦਿੱਤਾ ਗਿਆ ਸੀ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, 5ਵੇਂ ਗੁਰੂ ਦੇ ਪੁੱਤਰ ਦਾ ਕੀ ਨਾਮ ਸੀ? ਹਾਂਜੀ, 5ਵੇਂ ਗੁਰੂ ਜਾਣੀ ਕਿ 5ਵੇਂ ਗੁਰੂ ਆ ਸਾਡੇ ਸ਼੍ਰੀ ਗੁਰੂ ਅਰਜਨ ਦੇਵ ਜੀ, ਤੇ ਇਹਨਾਂ ਦੇ ਪੁੱਤਰ ਦਾ ਨਾਮ ਆ ਸ਼੍ਰੀ ਗੁਰੂ ਹਰਗੋਬਿੰਦ ਜੀ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਮਹਾਦੇਵ ਇਹਨਾਂ ਦੇ ਭਰਾ ਦਾ ਨਾਮ ਸੀ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਆ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਬਚਪਨ ਕਿੱਥੇ ਬਿਤਾਇਆ ਸੀ?
हाँ जी, श्री गुरु अर्जन देव जी ने अपना बचपन, देखो श्री गुरु अर्जन देव जी का जन्म गोयंदवाल होया, ठीक है। तो इतों तुसी याद रख सकते हो कि इन्हों का बचपन भी उत्थे ही बीतिया सी, गोयंदवाल। ऑप्शन ए इज़ द राइट आंसर। अगला प्रश्न है जी, आदि ग्रंथ का संकलन किसने किया सी? हाँ जी, आदि ग्रंथ का संकलन किया सी श्री गुरु अर्जन देव जी ने। ऑप्शन नंबर सी इज़ द राइट आंसर, ठीक है। इन्होंने आदि ग्रंथ का संकलन किया, पर आदि ग्रंथ नूं लिखिया सी भाई गुरदास जी ने, ठीक है। तो आदि ग्रंथ के पहले ग्रंथी बने सी बाबा बुढ़ा जी, इस गल का तुसीं ध्यान रखना। तो आदि ग्रंथ विच सब तो घट बाणी दर्ज आ श्री गुरु अंगद देव जी की, ठीक है जी। अगला प्रश्न, श्री गुरु अर्जन देव जी के समकाली मुगल शासक कौन सी? हाँ जी, मैं तुहानूं ऑलरेडी दसिया कि श्री गुरु अर्जन देव जी के समकालीन मुगल शासक सन, कौन सन? जहांगीर अते अकबर। ऑप्शन नंबर डी इज़ द राइट आंसर। अगला प्रश्न है जी, दशवंध प्रणाली किसने आरंभ की सी? वेरी इंपॉर्टेंट। हाँ जी, दसवंध प्रणाली मतलब, दसवंध मतलब अपनी कमाई का 10वां हिस्सा गुरुद्वारे दे विच चढ़ाउणा, ठीक है। इहदा मीनिंग ये सी, ठीक है जी, दान करना, जां कह सकते हैं अपनी आमदन का 10वां हिस्सा दान कर देना, ठीक है। ये सीगा दसवंध का मीनिंग। दसवंध प्रणाली आरंभ की सी श्री गुरु अर्जन देव जी ने। ऑप्शन नंबर बी इज़ द राइट आंसर। अगला प्रश्न, दसवंध का अर्थ की है? दसवंध का अर्थ है आमदन का 10वां हिस्सा। ऑप्शन बी इज़ द राइट आंसर। अगला प्रश्न, दसवंध प्रणाली का मुख्य उद्देश्य की सी? दसवंध प्रणाली का मुख्य उद्देश्य सी नਵੇਂ बने ਸਰੋਵਰਾਂ ਲਈ ਪੈਸਿਆਂ ਦੀ ਜ਼ਰੂਰਤ, ठीक है। ਜਿਹੜੇ ਨਵੇਂ ਸਰੋਵਰ ਬਣ ਰਹੇ ਸੀ, ਜਿਵੇਂ ਤੁਹਾਨੂੰ ਪਤਾ ਹੈ ਤੇ ਕਿ ਜੋ ਸਰੋਵਰ ਆਪਾਂ ਕਹਿ ਸਕਦੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕਰਵਾਇਆ ਸੀ, ਨਿਰਮਾਣ ਕਰਵਾਇਆ ਸੀ ਤੇ ਇਹਨਾਂ ਨੇ ਪੂਰਾ ਕਰਵਾਇਆ, ਠੀਕ ਹੈ। ਅੰਮ੍ਰਿਤਸਰ ਸਰੋਵਰ, ਸੰਤੋਖਸਰ ਸਰੋਵਰ ਅਤੇ ਰਾਮਸਰ ਸਰੋਵਰ ਇਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕਰਵਾਏ ਸੀ ਤੇ ਇਹਨਾਂ ਨੇ ਸੰਪੂਰਨ ਕਰਵਾਏ ਸੀ, ठीक है, पूरे करवाए ਸੀ। ਇਹਨਾਂ ਦਾ ਨਿਰਮਾਣ ਸ਼੍ਰੀ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਤੇ ਉਹਨਾਂ ਸਰੋਵਰਾਂ ਲਈ ਇਹਨਾਂ ਨੇ ਦਸ਼ਵੰਧ ਦੀ ਪ੍ਰਥਾ ਸ਼ੁਰੂ ਕੀਤੀ ਸੀ, ठीक है जी। अगला प्रश्न, चंदू शाह कौन सी? हाँ जी, चंदू शाह कौन सी? लाहौर के दीवान का नाम सी। ऑप्शन नंबर डी इज़ द राइट आंसर। अगला प्रश्न, चंदू शाह किहड़े सिख गुरु के समकाली सन? हाँ जी, चंदू शाह श्री गुरु अर्जन देव जी के समकाली सन। ऑप्शन बी इज़ द राइट आंसर। अगला प्रश्न है जी, सिख धर्म के पहले सिख शहीद कौन सन? हाँ जी, सिख धर्म के पहले सिख शहीद सन। पहले सिख शहीद की गल हो रही है, तो सिख धर्म के पहले सिख शहीद सन श्री गुरु अर्जन देव जी। ऑप्शन बी इज़ द राइट आंसर है, ठीक है, तुसीं ध्यान रखना, वेरी इंपॉर्टेंट। अगला प्रश्न असीं करते हैं, सिख धर्म के पहले सिख शहीद कौन सन? हाँ जी, सिख धर्म के पहले सिख शहीद सन, रिपीट हो गया लगता, ठीक है। ऑप्शन बी श्री गुरु अर्जन देव जी। अगला प्रश्न, लाहौर विच बाउली का निर्माण किसने किया सी? हाँ जी, लाहौर दे विच बाउली का निर्माण किन्ने करवाया सी? लाहौर की गल हो रही है, तो ये करवाया सी जी श्री गुरु अर्जन देव जी ने, ठीक है। तो जेकर असीं गल करिए गोयंदवाल विच बाउली का निर्माण किन्ना ने करवाया सी? श्री गुरु अमरदास जी ने, ठीक है। ये साडे सिखां दे तीजे गुरु आ, श्री गुरु अंगद देव जी दूजे गुरु आ, श्री गुरु रामदास जी चौथे गुरु आ, ठीक है जी। अगला प्रश्न, घोड़ियां दा व्यापार शुरू करने वाले पहले सिख गुरु कौन सन? हाँ जी, घोड़ियां दा व्यापार शुरू करने वाले पहले सिख गुरु सन, कौन सन? श्री गुरु अर्जन देव जी। ऑप्शन ए इज़ द राइट आंसर। अगला प्रश्न, तरन तारण की स्थापना किसने की सी? हाँ जी, तरन तारण की स्थापना किन्ना ने की सी? श्री गुरु अर्जन देव जी ने की सी। कदों की सी? 1590 ईस्वी। 1590 ईस्वी दे विच तरन तारण की स्थापना श्री गुरु अर्जन देव जी ने की सी। ऑप्शन डी इज़ द राइट आंसर। अगला प्रश्न, तरन तारण का की अर्थ है? हाँ जी, तरन तारण का अर्थ है वो किश्ती जिहड़ी कि पार लै जाती है,
ਤਰਨ ਤਾਰਨ। ਠੀਕ ਹੈ, ਤਰਨ ਤਾਰਨ ਦਾ ਅਰਥ ਉਹ ਕਿਸ਼ਤੀ ਜਿਹੜੀ ਪਾਰ ਲੈ ਜਾਂਦੀ ਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਕਿਸ ਗੁਰੂ ਨੇ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ? ਹਾਂਜੀ, ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ ਕਰਤਾਰਪੁਰ ਦੀ ਸਥਾਪਨਾ 1594 ਈਸਵੀ ਦੇ ਵਿੱਚ ਹੋਈ ਸੀ ਤੇ ਇਹ ਕਰਤਾਰਪੁਰ ਜਲੰਧਰ ਦੇ ਵਿੱਚ ਆ। ਠੀਕ ਹੈ, ਜਲੰਧਰ ਦੇ ਲਾਗੇ ਆ, ਜਾਂ ਕਹਿ ਸਕਦੇ ਹਾਂ ਅੱਜ ਕੱਲ੍ਹ ਇਹ ਜਲੰਧਰ ਜ਼ਿਲ੍ਹੇ ਦੇ ਵਿੱਚ ਸਥਿਤ ਆ। ਠੀਕ ਹੈ ਜੀ, ਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਰਤਾਰਪੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ, ਉਹ ਪਾਕਿਸਤਾਨ ਦੇ ਵਿੱਚ ਆ। ਅਗਲਾ ਪ੍ਰਸ਼ਨ, ਤੇ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ ਉਹ ਵਾਲਾ ਕਰਤਾਰਪੁਰ? ਰਾਵੀ ਦੇ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਕਰਤਾਰਪੁਰ ਪੂਰਬੀ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਹਾਂਜੀ, ਕਰਤਾਰਪੁਰ ਪੂਰਬੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਆ? ਜਲੰਧਰ 'ਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਗੰਗਸਰ ਨਾਮਕ ਸਰੋਵਰ ਦੀ ਸਥਾਪਨਾ ਕਿਸ ਨੇ ਕੀਤੀ ਸੀ? ਗੰਗਸਰ ਨਾਮ ਦੇ ਸਰੋਵਰ ਦੀ ਸਥਾਪਨਾ ਕੀਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਗੰਗਸਰ ਨਾਮਕ ਸਰੋਵਰ ਹੈ ਕਿੱਥੇ ਆ? ਹਾਂਜੀ, ਗੰਗਸਰ ਨਾਮ ਦੇ ਸਰੋਵਰ ਦੀ ਸਥਾਪਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਤੇ ਸਰੋਵਰ ਕਿੱਥੇ ਬਣਿਆ ਏ? ਇਹ ਸਰੋਵਰ ਬਣਿਆ ਏ ਕਰਤਾਰਪੁਰ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਖੁਸਰੋ ਕੌਣ ਸੀ? ਹਾਂਜੀ, ਖੁਸਰੋ ਕੌਣ ਸੀ? ਖੁਸਰੋ ਜਹਾਂਗੀਰ ਦਾ ਪੁੱਤਰ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਸਮੇਂ ਮੁਗਲ ਸ਼ਾਸਕ ਕੌਣ ਸੀ? ਹਾਂਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜਹਾਂਗੀਰ ਦੇ ਹੁਕਮਾਂ ਤੇ ਹੋਈ ਸੀ। ਠੀਕ ਹੈ, ਤੇ ਇਹਨਾਂ ਦੀ ਸ਼ਹਾਦਤ ਦੇ ਸਮੇਂ ਮੁਗਲ ਸ਼ਾਸਕ ਕੌਣ ਸੀ? ਜਹਾਂਗੀਰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ? ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਅਰਜਨ ਦੇਵ ਜੀ ਕਿਸ ਸੰਨ ਵਿੱਚ ਸ਼ਹੀਦ ਹੋਏ? ਹਾਂਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਕਿਹੜੇ ਸੰਨ ਦੇ ਵਿੱਚ ਸ਼ਹੀਦ ਹੋਏ ਸੀ? 1606 ਈਸਵੀ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਲਾਹੌਰ ਕਿਸ ਨਦੀ ਦੇ ਕਿਨਾਰੇ ਸਥਿਤ ਹੈ? ਹਾਂਜੀ, ਲਾਹੌਰ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਰਾਵੀ ਦੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਮੀਨਾ ਸ਼ਬਦ ਦਾ ਕੀ ਅਰਥ ਹੈ? ਹਾਂਜੀ, ਮੀਨਾ ਦਾ ਸ਼ਬਦ ਦਾ ਕੀ ਅਰਥ ਆ? ਬੁਰਾਈ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਸਥਾਨਾਂ ਦੇ ਸਹੀ ਕਰਮ ਲਿਖੋ। ਹਾਂਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦੇਖੋ ਸਭ ਤੋਂ ਪਹਿਲਾਂ ਕਿਹੜਾ ਸ਼ਹਿਰ ਵਸਾਇਆ ਸੀ, ਫਿਰ ਲਾਸਟ ਤੇ ਕਿਹੜਾ ਸ਼ਹਿਰ ਵਸਾਇਆ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਤਰਨ ਤਾਰਨ ਦੀ ਸਥਾਪਨਾ ਕੀਤੀ ਸੀ 1590 ਦੇ ਵਿੱਚ। ਠੀਕ ਹੈ, ਫਿਰ ਕਰਤਾਰਪੁਰ ਦੀ ਸਥਾਪਨਾ ਕੀਤੀ ਸੀ ਇਹਨਾਂ ਨੇ 1594 ਦੇ ਵਿੱਚ। ਉਸ ਤੋਂ ਬਾਅਦ ਹਰਗੋਬਿੰਦਪੁਰ ਦੀ ਸਥਾਪਨਾ ਕੀਤੀ ਸੀ 1595 'ਚ, ਤੇ ਲਾਸਟ ਤੇ ਇਹਨਾਂ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਸੀ। ਤਾਂ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਬਣ ਰਿਹਾ ਹੈ। ਠੀਕ ਹੈ ਜੀ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਤਤਕਾਲ ਕਾਰਨ ਕੀ ਸੀ? ਹਾਂਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਤਤਕਾਲ ਕਾਰਨ ਸੀ, ਅਸੀਂ ਪਹਿਲਾਂ ਰੀਡ ਕਰ ਲੈਂਦੇ ਹਾਂ ਕਿਹੜੀ ਕਿਹੜੀ ਆਪਸ਼ਨ ਦਿੱਤੀ ਆ। ਕਿ ਉਹਨਾਂ ਨੇ ਮੁਗਲ ਜੁਰਮ ਵਿਰੋਧ ਲੜਨ ਲਈ ਫੌਜ ਰੱਖਣੀ ਸ਼ੁਰੂ ਕੀਤੀ ਸੀ, ਇਹ ਕੋਈ ਤਤਕਾਲ ਕਾਰਨ ਨਹੀਂ ਗਾ। ਠੀਕ ਹੈ, ਤਤਕਾਲ ਕਾਰਨ ਕੀ ਆ ਮਤਲਬ ਕਿ, ਤੇ ਉਹਨਾਂ ਨੇ ਪ੍ਰਿੰਸ ਖੁਸਰੋ ਦੀ ਸਹਾਇਤਾ ਕੀਤੀ ਸੀ। ਹਾਂਜੀ, ਉਹਨਾਂ ਨੇ ਪ੍ਰਿੰਸ ਖੁਸਰੋ ਦੀ ਸਹਾਇਤਾ ਕੀਤੀ ਸੀ, ਜਿਸ ਕਾਰਨ ਜਹਾਂਗੀਰ ਨੂੰ ਬੁਰਾ ਲੱਗਿਆ ਸੀ। ਠੀਕ ਹੈ, ਆਪਸ਼ਨ ਇਹਦਾ ਬੀ ਰਾਈਟ ਬਣ ਰਿਹਾ। ਅੱਗੇ ਵੀ ਅਸੀਂ ਰੀਡ ਕਰ ਲੈਂਦੇ ਹਾਂ, ਕਿਉਂਕਿ ਜਹਾਂਗੀਰ ਗੁਰੂ ਤੋਂ ਡਰਦਾ ਸੀ। ਉਪਰੋਕਤ ਵਿੱਚੋਂ ਕੋਈ ਨਹੀਂ, ਜੇ ਉਪਰੋਕਤ ਸਾਰੇ ਦੀ ਆਪਸ਼ਨ ਹੁੰਦੀ ਨਾ ਤਾਂ ਅਸੀਂ ਸਾਰੇ ਲਗਾ ਸਕਦੇ ਸੀ। ਠੀਕ ਹੈ, ਕਿਉਂਕਿ ਸਾਰੇ ਹੀ ਠੀਕ ਆ, ਪਰ ਤਤਕਾਲ ਕਾਰਨ ਆ ਜਿਹੜਾ ਉਹਨਾਂ ਨੇ ਖੁਸਰੋ ਦੀ ਸਹਾਇਤਾ ਕੀਤੀ ਸੀ। ਠੀਕ ਹੈ, ਅਗਲਾ ਪ੍ਰਸ਼ਨ, ਪ੍ਰਿਥੀ ਚੰਦ ਕੌਣ ਸੀ? ਪ੍ਰਿਥੀ ਚੰਦ ਕੌਣ ਸੀ? ਦੇਖੋ, ਪ੍ਰਿਥੀ ਚੰਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸੀ, ਸ਼੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰ ਸੀ ਵੱਡੇ। ਠੀਕ ਹੈ, ਤੇ ਮਹਾਦੇਵ ਦੇ ਵੀ ਭਰਾ ਸੀ, ਕਿਉਂਕਿ ਤੁਹਾਨੂੰ ਪਤਾ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੇ 3 ਸਪੁੱਤਰ ਸੀ, ਮਹਾਦੇਵ, ਪ੍ਰਿਥੀ ਚੰਦ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਜਾਂ ਸ਼੍ਰੀ ਗੁਰੂ ਅਰਜਨ ਦੇਵ ਜੀ। ਠੀਕ ਹੈ, 3 ਪੁੱਤਰ ਸੀ, ਤਾਂ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ, ਉਪਰੋਕਤ ਸਾਰੇ। ਅਗਲਾ ਪ੍ਰਸ਼ਨ, ਹਰਗੋਬਿੰਦਪੁਰ ਦੀ ਸਥਾਪਨਾ ਕਿਸ ਨੇ ਕੀਤੀ? ਹਾਂਜੀ, ਹਰਗੋਬਿੰਦਪੁਰ ਦੀ ਸਥਾਪਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ।
ऑप्शन सी इज द राइट आंसर। अगला प्रश्न, हरगोबिंदपुर किस नदी के कंढे ते स्थित है? हाँ जी, हरगोबिंदपुर किहड़ी नदी के किनारे स्थित आ? तो इसका राइट आंसर है जी ऑप्शन नंबर बी, ब्यास नदी दे। ऑप्शन बी इज द राइट आंसर। ब्यास नदी के कंढे ते स्थित आ हरगोबिंदपुर। अगला प्रश्न, श्री गुरु अर्जन देव जी ने हरगोबिंदपुर की स्थापना क्यों की? हाँ जी, श्री गुरु अर्जन देव जी ने हरगोबिंदपुर की स्थापना क्यों की? असी पहला रीड कर लेने। हरमंदर साहिब की नींह रखन की खुशी विच, ये गलत आ। ठीक है, आदि ग्रंथ के संग्रह की खुशी दे विच, ये भी गलत आ। अपने बेटे हरगोबिंद जी के जन्म की खुशी विच, ये ठीक आ। ठीक है, उन्होंने अपने बेटे हरगोबिंद जी के जन्म की खुशी दे विच हरगोबिंदपुर की नींह रखी सी। ठीक है, जां स्थापना की सी ते उस तो बाद उन्हां दा नाम भी हरगोबिंदपुर ही रख दिता गया सी। अपने बेटे के नाम ते ही इस शहर का नाम रखिया सी। ठीक है जी। अगला प्रश्न, आदि ग्रंथ का संकलन कित्थे किया गया सी? हाँ जी, आदि ग्रंथ का संकलन कित्थे किया गया सी? तो राइट आंसर है जी ऑप्शन बी, रामसर सरोवर। ठीक है जी। अगला प्रश्न, हेठ लिखियां विचों केड़ा सुधार गुरु अर्जन देव जी दे नाल संबंधित नहीं है? हाँ जी, केड़ा सुधार आ जिहड़ा श्री गुरु अर्जन देव जी ने इन्हां विचों नहीं कीता जां नहीं संबंधित? देखो, परदा प्रथा दे विच इन्हां ने सुधार कीता, सती प्रथा दे विच भी इन्हां ने सुधार कीता, विधवा दा दुबारा विआह कराउण दे विच भी इन्हां ने सुधार कीता, पर बाल विआह दा संबंध इन्हां नाल नहीं गा। अगला प्रश्न, हरमंदर साहिब किस सरोवर विच बनाया गया? हाँ जी, हरमंदर साहिब अमृत सरोवर दे विच बनाया गया। ऑप्शन नंबर डी इज द राइट आंसर, ये तुसीं याद रखना। अगला प्रश्न, श्री हरगोबिंदपुर अयोके पंजाब के किस जिले विच है? हाँ जी, हरगोबिंदपुर गुरदासपुर जिले दे विच है। ऑप्शन नंबर ए इज द राइट आंसर। अगला प्रश्न, गुरु अर्जन देव जी का वारिश कौन सी जां उत्तराधिकारी कह सकते हैं? श्री गुरु अर्जन देव जी के उत्तराधिकारी सन श्री गुरु हरगोबिंद जी। ऑप्शन नंबर बी इज द राइट आंसर। अगला प्रश्न, सच्चे पातशाह का की अर्थ है? हाँ जी, सच्चे पातशाह का अर्थ है सच्चा बादशाह। ऑप्शन सी इज द राइट आंसर। श्री गुरु हरगोबिंद जी नाल रिलेटेड कुछ इंपॉर्टेंट MCQ कवर करांगे। श्री गुरु हरगोबिंद जी का जन्म 1595 ईस्वी दे विच अमृतसर नेड़े पिंड बडाली विखे होया। ठीक है, पहला बस ये फैक्ट जरूर लिख लो, उस तो बाद असी वीडियो आ जिहड़ी बिल्कुल भी बोरिंग नहीं होण देनी, असी चंगी तरह पॉइंट टू पॉइंट ही गल करांगे। ठीक है, फिर इन्हां दे माता का नाम आ माता गंगा जी ते इन्हां दे पिता का नाम आ श्री गुरु अर्जन देव जी। ठीक है, तो इन्हां दा जन्म याद रखना 15 जून 1595 दे विच होया। कित्थे होया? अमृतसर दे विच बंडाली विखे। इन्हां दा विआह होया सी माता दमोदरी नाल। किसी बुक दे विच तुहानूं माता मरवाही भी मिलेगा, किसी बुक दे विच माता नानकी भी लिखिया मिलेगा। ठीक है, इन्हां दे सपुत्र सन बाबा गुरदित्ता, बाबा अनी राय, बाबा सूरजमल, बाबा अटल राय अते श्री गुरु तेग बहादुर जी। ते इन्हां दी सपुत्री दा नाम आ बीबी बीरो। इन्हां दा गुरगद्दी समा सी 1606 तो 1644 ते इन्हां ने बख्शिश की हुई सी इन्हां नूं मीरी अते पीरी दी। इन्हां दी पहचान आ कि इन्हां नूं बंदी छोड़ बाबा बोलिया जांदा। इन्हां ने उसारी करवाई सी हरमंदर साहिब दे सामने अकाल तख्त दी। इन्हां ने जिहड़े किले का निर्माण करवाया सी वो करवाया सी अमृतसर किले का, जिस नूं लोहगढ़ दा किला भी आख दिंदे आ। इन्हां ने शहर बसाया सी किरतपुर। इन्हां दे समय मुगल बादशाह सी जहांगीर अते शाहजहां। इन्हां दे उत्तराधिकारी सी श्री गुरु हर राय जी। ते ये ज्योति जोत कदों समाई 1644 ईस्वी दे विच। ठीक है, इस गल दा तुसीं ध्यान रखना। ते हुण असीं करदे हां MCQ। ते MCQ शुरू करन तो पहला मैं तुहानूं रिक्वेस्ट करदी हां कि प्लीज़ इस वीडियो का लिंक वध तो वध शेयर कर दिता जाए। हाँ जी, तो सब तो पहला क्वेश्चन आ साडे कोल, सिखां दे 6वें गुरु कौन सन? हाँ जी, सिखां दे 6वें गुरु कौन सन? श्री गुरु हरगोबिंद जी। ऑप्शन नंबर सी इज द राइट आंसर। तुहानूं अपना आंसर सोचण दे लई 3 सैकेंड दिते जाणगे। 3 सैकेंड दे विच तुसीं अपना आंसर सोच के कमेंट बॉक्स दे विच भी लिख सकदे हो जां फिर अपनी नोटबुक ते नोट करदे जाना।
ठीक है जी। श्री गुरु हरगोबिंद जी का जन्म कित्थे होया सी? हाँ जी, श्री गुरु हरगोबिंद जी का जन्म गुरु की वडाली दे विच होया सी, अमृतसर दे विच। ऑप्शन नंबर सी इज द राइट आंसर। अगला प्रश्न है जी, श्री गुरु हरगोबिंद जी दे पिता कौन सन? हाँ जी, श्री गुरु हरगोबिंद जी दे पिता का नाम सी श्री गुरु अर्जन देव जी। ऑप्शन नंबर डी इज द राइट आंसर। अगला प्रश्न है जी, गुरु हरगोबिंद जी की माता कौन सन? हाँ जी, श्री गुरु हरगोबिंद जी की माता जी का की नाम सी? तां इन्हां दी माता का नाम सी जी माता गंगा देवी। ऑप्शन नंबर सी इज द राइट आंसर। ठीक है जी। अगला प्रश्न, श्री गुरु हरगोबिंद जी का गुरगद्दी का समा की सी? हाँ जी, श्री गुरु हरगोबिंद जी का गुरगद्दी का समा सी 1606 ईस्वी तो 1644 ईस्वी तक। ऑप्शन नंबर सी इज द राइट आंसर। अगला प्रश्न करते हैं जी असी, श्री गुरु हरगोबिंद जी के पुत्र कौन सन? हाँ जी, श्री गुरु हरगोबिंद जी के पुत्रां दे नाम की आ? बाबा गुरदित्ता जी, बाबा अनी राय, बाबा सूरजमल, बाबा अटल राय अते श्री गुरु तेग बहादुर जी। तो उपरोक्त सारे ही इसका राइट आंसर है, ऑप्शन नंबर डी। अगला प्रश्न, श्री गुरु हरगोबिंद जी की की उम्र सी जदों गद्दी ते बैठे सन? हाँ जी, श्री गुरु हरगोबिंद जी की उम्र 11 साल दी सी जदों वो गद्दी ते बैठे सन। ऑप्शन नंबर सी इज द राइट आंसर। अगला प्रश्न, श्री गुरु हरगोबिंद जी के समकाली मुगल शासक कौन सन? हाँ जी, जिमें कि मैं तुहानूं दस दिता है, श्री गुरु हरगोबिंद जी के समकाली मुगल बादशाह कौन सी? जहांगीर सी ते होर शाहजहां सी। ठीक है, ऑप्शन नंबर डी इज द राइट आंसर, उपरोक्त दोवें ही। ठीक है जी। अगला प्रश्न असी करते हैं, श्री गुरु हरगोबिंद जी नूं गुरगद्दी ते स्थापित करन वेले गुरियाई दी रस्म किसने अदा कीती सी? हाँ जी, श्री गुरु हरगोबिंद जी नूं गुरगद्दी ते स्थापित करन वेले गुरियाई दी रस्म कीती सी बाबा बुड्ढा जी ने। पहले 6 गुरु साहिबान दे समकालीन सी बाबा बुड्ढा जी ते इन्हां ने ही रस्म कीती सी आपां कह सकदे हां गुरियाई दी रस्म। ठीक है जी। ते अगला प्रश्न, किरतपुर का की अर्थ है? हाँ जी, किरतपुर शहर की स्थापना की सी श्री गुरु हरगोबिंद जी ने। ठीक है, तो किरतपुर का अर्थ की आ? किरतपुर का अर्थ है जी जिथे परमात्मा के नाम की पूजा की जाती है। ऑप्शन नंबर बी इज द राइट आंसर। अगला प्रश्न असी करते हैं, सिख इतिहास विच सिखां द्वारा मुगलों नाल लड़ी गई पहली लड़ाई का नाम की सी? हाँ जी, सिख इतिहास दे विच सिखां द्वारा मुगलों नाल लड़ी गई पहली लड़ाई का नाम सी अमृतसर की लड़ाई। ऑप्शन नंबर डी इज द राइट आंसर। अगला प्रश्न है जी, पंजाब के इतिहास विच सिखां ते मुगलों दरमियान होई पहली लड़ाई विच सिखां दा नेता कौन सी? हाँ जी, पंजाब के इतिहास विच सिखां ते मुगलों दरमियान होई पहली लड़ाई विच सिखां दे नेता सी श्री गुरु हरगोबिंद जी। ऑप्शन नंबर सी इज द राइट आंसर। अगला प्रश्न है जी, सिखां अते मुगलों विचकार पहली लड़ाई कदों हुई सी? हाँ जी, सिखां अते मुगलों के विचकार जिहड़ी पहली लड़ाई आ ये 1634 ईस्वी दे विच हुई सी। ऑप्शन नंबर ए इज द राइट आंसर। ये अमृतसर की लड़ाई हुई सी। ठीक है, तो इस दे विच सिखां की अगवाई तो श्री गुरु हरगोबिंद जी ने की सी ते मुगलों की की सी शाहजहां ने। ठीक है जी। अगला प्रश्न, भाई विधि चंद छिन्ना कौन सी? हाँ जी, भाई विधि चंद सिन्हा कौन सी? ਤਾਂ ਇਹ ਸਨ ਜੀ ਇੱਕ ਸਿੱਖ ਯੋਧਾ ਅਤੇ ਧਾਰਮਿਕ ਪ੍ਰਚਾਰਕ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਾਥੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਸਮਕਾਲੀ। ऑप्शन नंबर डी इज द राइट आंसर, उपरोक्त सारे ही। अगला प्रश्न, श्री गुरु हरगोबिंद जी अपनी गद्दी किस नूं देना चाहुंदे सन? हाँ जी, श्री गुरु हरगोबिंद जी अपनी गद्दी बाबा गुरदित्ता नूं देना चाहुंदे सी जो कि इन्हां दे पहले पुत्र सन। ऑप्शन ए इज द राइट आंसर।
ठीक है जी। की सी कि इन्हां दे दो पुत्र बाबा गुरदित्ता अते अटल राय, ठीक है, इन्हां दा गुरु जी दे समय मतलब गुरु जी दे हुंदियां ही देहांत हो गया सी, इस करके इन्हां नूं गुरगद्दी नहीं मिल पाई सी। तां इन्हां ने बाबा गुरदित्ता दे पुत्र, इस गल दा ध्यान रखना। अगला प्रश्न है जी, रोज़मेरी की है? हाँ जी, रोज़मेरी की आ? जेकर इस दी गल करिए तां इह उन नाल बने हुए मनके आ, ठीक है। ऑप्शन नंबर सी इज़ द राइट आंसर। अगला प्रश्न, अकाल तख्त की है? हाँ जी, अकाल तख्त की आ? एक उच्चा प्लेटफार्म ते इस तो इलावा गुरुद्वारा भी आ। ऑप्शन नंबर डी इज़ द राइट आंसर, बी अते सी दोवें ही। अगला प्रश्न, अकाल तख्त की नींह किसने रखी? हाँ जी, अकाल तख्त की नींह तुहानूं पता है किन्ना ने रखी? श्री गुरु हरगोबिंद जी ने। ऑप्शन नंबर सी इज़ द राइट आंसर। अगला प्रश्न, अकाल तख्त कित्थे है? हाँ जी, अकाल तख्त कित्थे आ? अमृतसर दे विच हरमंदर साहिब दे बिल्कुल सामने। ऑप्शन डी इज़ द राइट आंसर। अगला प्रश्न है जी, अकाल तख्त का की अर्थ है? हाँ जी, अकाल तख्त का अर्थ है सदा रहन वाला तख्त। ऑप्शन नंबर सी इज़ द राइट आंसर। अगला प्रश्न, अकाल तख्त की उसारी कदों प्रारंभ हुई सी? हाँ जी, अकाल तख्त की उसारी कदों हुई सी? तो इसका राइट आंसर आ ऑप्शन नंबर बी 1606 ईस्वी दे विच। अगला प्रश्न है जी, अकाल तख्त की उसारी कदों मुकम्मल हुई? 1606 दे विच तां नींह रखी सी, नींह पत्थर रखा गया सी, ठीक है। तो अकाल तख्त की उसारी मुकम्मल हुई सी 1609 ईस्वी दे विच। ऑप्शन नंबर डी इज़ द राइट आंसर। अगला प्रश्न है जी, अकाल तख्त का निर्माण किहड़े गुरु द्वारा करवाया गया सी? हाँ जी, अकाल तख्त का निर्माण श्री गुरु हरगोबिंद जी द्वारा करवाया गया सी। ऑप्शन नंबर डी इज़ द राइट आंसर। अगला प्रश्न, अकाल तख्त के निर्माण का मुख्य उद्देश्य की सी? हाँ जी, अकाल तख्त के निर्माण का मुख्य उद्देश्य सी दुनियावी मामलों बारे विचार वटांदरा करना। ऑप्शन नंबर बी इज़ द राइट आंसर। अगला प्रश्न है जी, पंज तख्तां विचों सब तो पहला किहड़े तख्त का निर्माण किया गया सी? हाँ जी, पंज तख्तां दे विचों सब तो पहला तख्त बनिया सी साडा अकाल तख्त। ऑप्शन नंबर सी इज़ द राइट आंसर, जिहड़ा कि अमृतसर दे विच आ, हरमंदर साहिब दे सामने आ, ठीक है। तो यह तख्त आ जिहड़ा श्री गुरु हरगोबिंद जी ने बनवाया सी। जिवें कि तुहानूं पता है साडे पंज तख्त ने, जिन्हां दे विचों 3 पंजाब च ते 2 पंजाब तो बाहर आ। अगला प्रश्न, सही जोड़े की चोण करो। हाँ जी, इन्हां दे विचों असीं सही जोड़े की चोण करनी है, जां आपां कह सकते हैं असीं मैच करने आ। केसगढ़ साहिब पहले की गल करते हैं तो पहले का आंसर की बन रहा? केसगढ़ साहिब की जिहड़ी स्थापना वा जां निर्माण आपां कह सकते हैं वो श्री गुरु गोबिंद जी ने करवाया सी, ठीक है। हुण श्री गुरु गोबिंद जी दियां तां बहुत ऑप्शनां ने, ऑप्शन बी भी हो सकती है, ऑप्शन सी भी हो सकती है, ऑप्शन डी भी हो सकती है। तो फिर आप सब तो पहला की करते हैं कि श्री गुरु हरगोबिंद जी वाला लभ लेने। श्री गुरु हरगोबिंद जी ने तुहानूं पता है अकाल तख्त का निर्माण कराया, मतलब की है चौथे का की करांगे आपां? ए। चौथे का ए आपां देखते हैं किहड़ी ऑप्शन दे विच आ, यही करांगे ना। चौथे का ए इको ही ऑप्शन च, ऑप्शन डी च। बाकी तो ऑप्शन किसी भी तरह आ सकदियां क्योंकि श्री गुरु गोबिंद सिंह जी ने निर्माण करवाए सी, ठीक है जी। इस गल का ध्यान रखना। अगला प्रश्न, श्री गुरु हरगोबिंद जी की मुगलों नाल आखिरी लड़ाई किहड़ी सी? हाँ जी, श्री गुरु हरगोबिंद जी की मुगलों के नाल जिहड़ी आखिरी लड़ाई सी वो किहड़ी सीगी? फगवाड़ा की लड़ाई। ऑप्शन नंबर डी इज़ द राइट आंसर है। ये श्री गुरु हरगोबिंद जी की मुगलों के नाल आखिरी लड़ाई सी फगवाड़ा की, ठीक है जी। अगला प्रश्न, गुरु हरगोबिंद साहिब जी की मुगलों नाल आखिरी जिहड़ी लड़ाई आ ये होई कदों सी? तां श्री गुरु हरगोबिंद जी की मुगलों नाल आखिरी लड़ाई 1635 ईस्वी दे विच होई सी। ऑप्शन नंबर बी इज़ द राइट आंसर, ये फगवाड़ा की लड़ाई सी, ठीक है जी। अगला प्रश्न, अब्दुल अते नाथा नाम दे गायक किस गुरु के दरबार विच सन? हाँ जी, अब्दुल अते नाथा नाम दे गायक आ जिहड़े
ਇਹ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਵਿੱਚ ਸਨ। ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਅੰਮ੍ਰਿਤਸਰ ਦੀ ਕਿਲਾਬੰਦੀ ਕਿਸ ਨੇ ਕਰਵਾਈ ਸੀ? ਅੰਮ੍ਰਿਤਸਰ ਦੀ ਕਿਲਾਬੰਦੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਹੀ ਕਰਵਾਈ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਲੋਹਗੜ੍ਹ ਦਾ ਕਿਲਾ ਕਿਸ ਨੇ ਬਣਵਾਇਆ ਸੀ? ਹਾਂਜੀ, ਲੋਹਗੜ੍ਹ ਦਾ ਕਿਲਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਬਣਵਾਇਆ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਲੋਹਗੜ੍ਹ ਦਾ ਕਿਲਾ ਕਿੱਥੇ ਹੈ? ਹਾਂਜੀ, ਲੋਹਗੜ੍ਹ ਦਾ ਕਿਲਾ ਕਿੱਥੇ ਆ? ਅੰਮ੍ਰਿਤਸਰ ਦੇ ਵਿੱਚ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਸਿੱਖ ਇਤਿਹਾਸ ਵਿੱਚ ਮਿਲਿਟਰੀਕਰਨ ਦੀ ਨਵੀਂ ਨੀਤੀ ਕਿਸ ਨੇ ਅਪਣਾਈ? ਹਾਂਜੀ, ਮਿਲਿਟਰੀਕਰਨ ਦੀ ਜਿਹੜੀ ਨਵੀਂ ਨੀਤੀ ਆ ਸਿੱਖ ਇਤਿਹਾਸ ਦੇ ਵਿੱਚ ਇਹ ਅਪਣਾਈ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਜਦੋਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਇਹ ਨੀਤੀ ਅਪਣਾਈ ਸੀ, ਨਵੀਂ ਨੀਤੀ, ਠੀਕ ਹੈ, ਉਸ ਟਾਈਮ ਜਹਾਂਗੀਰ ਨੂੰ ਜਦੋਂ ਪਤਾ ਲੱਗਿਆ ਸੀ ਤਾਂ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਬਾਬਾ ਜੀ ਨੂੰ ਬੰਦੀ ਬਣਾ ਲਿਆ ਸੀ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਛੇਵੇਂ ਗੁਰੂ ਦੁਆਰਾ ਅਪਣਾਈ ਗਈ ਮੀਰੀ ਅਤੇ ਪੀਰੀ ਨੀਤੀ ਦਾ ਮੁੱਖ ਉਦੇਸ਼ ਕੀ ਸੀ? ਠੀਕ ਹੈ, ਮੀਰੀ ਅਤੇ ਪੀਰੀ ਨੀਤੀ ਦਾ ਜਿਹੜਾ ਮੁੱਖ ਉਦੇਸ਼ ਸੀ ਉਹ ਸੀਗਾ ਜੀ ਸਿੱਖਾਂ ਨੂੰ ਬਹਾਦਰ ਅਤੇ ਸਵੇ ਬਚਾਓਵਾਦੀ ਬਣਾਉਣਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਗੁਟਕਾ ਕੀ ਹੈ ਅਤੇ ਇਸ ਨੂੰ ਕਿਸ ਦੁਆਰਾ ਸ਼ੁਰੂ ਕੀਤਾ ਗਿਆ? ਹਾਂਜੀ, ਗੁਟਕਾ ਕੀ ਆ ਤੇ ਇਸ ਨੂੰ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ? ਗੁਟਕਾ ਇੱਕ ਮਾਰਸ਼ਲ ਕਲਾ ਹੈ ਜਿਸ ਨੂੰ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਸ਼ੁਰੂ ਕੀਤਾ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਮੁਗਲਾਂ ਅਤੇ ਗੁਰੂ ਹਰਗੋਬਿੰਦ ਸਿੰਘ ਜੀ, ਇੱਥੇ ਸਿੰਘ ਨਹੀਂ ਆਊਗਾ, ਠੀਕ ਹੈ, ਮੁਗਲਾਂ ਅਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਵਿਚਕਾਰ ਲੜਾਈਆਂ ਦਾ ਕੀ ਉਦੇਸ਼ ਸੀ? ਹਾਂਜੀ, ਮੁਗਲਾਂ ਅਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਵਿਚਕਾਰ ਲੜਾਈਆਂ ਦਾ ਉਦੇਸ਼ ਸੀ ਆਪਣੀ ਸੁਰੱਖਿਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਕੀਰਤਪੁਰ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਸੀ? ਹਾਂਜੀ, ਕੀਰਤਪੁਰ ਦੀ ਸਥਾਪਨਾ ਕੀਤੀ ਸੀ, ਕਿਹਨਾਂ ਨੇ ਕੀਤੀ ਸੀ? ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਦੇਖੋ, ਜਦੋਂ ਸ਼ਾਹਜਹਾਨ ਅਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਵਿਚਕਾਰ ਅੰਮ੍ਰਿਤਸਰ ਦੀ ਲੜਾਈ ਹੋਈ ਸੀ 1634 ਦੇ ਵਿੱਚ, ਤਾਂ ਇਸ ਲੜਾਈ ਤੋਂ ਬਾਅਦ ਗੁਰੂ ਜੀ ਨੇ ਅੰਮ੍ਰਿਤਸਰ ਦਾ ਸ਼ਹਿਰ ਛੱਡ ਦਿੱਤਾ ਸੀ ਤੇ ਉਹ ਕੀਰਤਪੁਰ ਸਾਹਿਬ ਚਲੇ ਗਏ ਸੀ। ਠੀਕ ਹੈ, ਤੇ ਫਿਰ ਉਹ ਉੱਥੇ ਹੀ ਰਹਿਣ ਲੱਗੇ ਸੀ ਤੇ ਆਪਣੇ ਜੀਵਨ ਦੇ ਲਾਸਟ ਵਾਲੇ 9 ਸਾਲ ਵੀ ਉਹਨਾਂ ਨੇ ਇੱਥੇ ਹੀ ਬਤੀਤ ਕੀਤੇ। ਠੀਕ ਹੈ ਜੀ। ਅਗਲਾ ਪ੍ਰਸ਼ਨ, ਨਾਨਕ ਮਤਾ ਕਿੱਥੇ ਹੈ? ਹਾਂਜੀ, ਨਾਨਕ ਮਤਾ ਉੱਤਰਾਖੰਡ ਦੇ ਵਿੱਚ ਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਗੁਰੂ ਹਰਗੋਬਿੰਦ ਜੀ ਨੇ ਆਪਣਾ ਆਖਰੀ ਸਮਾਂ ਕਿੱਥੇ ਬਿਤਾਇਆ? ਹਾਂਜੀ, ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣਾ ਜਿਹੜਾ ਆਖਰੀ ਸਮਾਂ ਵਾ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਕੀਰਤਪੁਰ ਦੇ ਵਿੱਚ ਬਤੀਤ ਕੀਤਾ ਸੀ। ਅਗਲਾ ਪ੍ਰਸ਼ਨ, ਮੁਗਲ ਸ਼ਾਸਕ ਦੁਆਰਾ ਫੜੇ ਜਾਣ ਤੇ ਗੁਰੂ ਹਰਗੋਬਿੰਦ ਜੀ ਨੂੰ ਕਿੱਥੇ ਰੱਖਿਆ ਗਿਆ ਸੀ? ਹਾਂਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਜਦੋਂ ਮਿਲਿਟਰੀਕਰਨ ਦੀ ਨੀਤੀ ਸ਼ੁਰੂ ਕੀਤੀ ਸੀਗੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ, ਜਹਾਂਗੀਰ ਨੂੰ ਜਦੋਂ ਪਤਾ ਲੱਗਿਆ ਸੀ ਤਾਂ ਉਹਨਾਂ ਨੇ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾਉਣ ਦਾ ਹੁਕਮ ਦਿੱਤਾ ਸੀ। ਠੀਕ ਹੈ, ਤੇ ਉਸ ਤੋਂ ਬਾਅਦ ਜਦੋਂ ਰਿਹਾਈ ਦਾ ਸਮਾਂ ਆਇਆ ਤਾਂ ਗੁਰੂ ਹਰਗੋਬਿੰਦ ਜੀ ਦੇ ਨਾਲ ਹੋਰ ਰਾਜੇ ਵੀ ਰੱਖੇ ਗਏ ਸੀਗੇ ਕੈਦ ਕਰਕੇ। ਠੀਕ ਹੈ, ਜਿਹੜੇ ਭਾਰਤੀ ਰਾਜਿਆਂ ਨੂੰ ਇਹਨਾਂ ਨੇ ਰੱਖਿਆ ਹੋਇਆ ਸੀਗਾ ਜਹਾਂਗੀਰ ਨੇ ਆਪਦੇ ਕੈਦ ਦੇ ਵਿੱਚ, ਤੇ ਜਦੋਂ ਗੁਰੂ ਜੀ ਦੀ ਰਿਹਾਈ ਦਾ ਸਮਾਂ ਆਇਆ ਤਾਂ ਇਹਨਾਂ ਨੇ ਬੰਦੀ ਰਾਜਿਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਠੀਕ ਹੈ, ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਉਹਨਾਂ ਨੂੰ ਰਿਹਾਈ ਨਹੀਂ ਦਿਓਗੇ ਤਾਂ ਮੈਂ ਵੀ ਆਪਣੀ ਰਿਹਾਈ ਤੋਂ ਇਨਕਾਰ ਕਰ ਦਵਾਂਗਾ। ਤਾਂ ਇਸ ਤਰ੍ਹਾਂ 52 ਕੈਦੀ ਰਾਜਿਆਂ ਸਮੇਤ ਗੁਰੂ ਜੀ ਜੇਲ੍ਹ ਤੋਂ ਬਾਹਰ ਆਏ ਸੀ ਤੇ ਇਹਨਾਂ ਨੂੰ ਬੰਦੀ ਛੋੜ ਦਾ ਨਾਮ ਦਿੱਤਾ ਗਿਆ ਸੀ। ਠੀਕ ਹੈ, ਬੰਦੀ ਛੋੜ ਦਾ ਬਾਬਾ ਕਿਹਾ ਜਾਂਦਾ ਹੈ। ਤੇ ਦੀਵਾਲੀ ਵਾਲੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਜੀ ਅੰਮ੍ਰਿਤਸਰ ਪਹੁੰਚੇ ਸੀ ਤੇ ਇਹਨਾਂ ਦੇ ਸਵਾਗਤ ਦੇ ਵਿੱਚ ਦੀਪਮਾਲਾ ਕੀਤੀ ਗਈ ਸੀ। ਇਸੇ ਕਾਰਨ ਸਿੱਖ ਸੰਗਤ ਦੀਵਾਲੀ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦੀ ਆ। ਠੀਕ ਹੈ, ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਗੁਰੂ ਹਰਗੋਬਿੰਦ ਜੀ ਨੂੰ ਕਿਸ ਮੁਗਲ ਸ਼ਾਸਕ ਦੁਆਰਾ ਬੰਦੀ ਬਣਾਇਆ ਗਿਆ ਸੀ? ਹਾਂਜੀ, ਮੈਂ ਆਲਰੇਡੀ ਦੱਸ ਚੁੱਕੀ ਹਾਂ, ਜਹਾਂਗੀਰ ਦੁਆਰਾ ਬਣਾਇਆ ਗਿਆ ਸੀ। ਠੀਕ ਹੈ ਜੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ।
ਅਗਲਾ ਪ੍ਰਸ਼ਨ, ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਕਿਉਂ ਕਿਹਾ ਜਾਂਦਾ ਹੈ? ਹਾਂਜੀ, ਇਸ ਬਾਰੇ ਵੀ ਮੈਂ ਤੁਹਾਨੂੰ ਸਾਰਾ ਦੱਸ ਦਿੱਤਾ ਹੈ। ਅਸੀਂ ਪੜ੍ਹ ਲੈਂਦੇ ਹਾਂ। ਵੈਸੇ ਇੱਥੇ ਕੀ ਲਿਖਿਆ ਹੋਇਆ ਹੈ? ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਕਿਉਂ ਕਿਹਾ ਜਾਂਦਾ? ਕਿਉਂਕਿ ਉਹਨਾਂ ਨੇ ਵਪਾਰੀਆਂ ਨੂੰ ਮੁਗਲ ਸ਼ਾਸਕਾਂ ਤੋਂ ਮੁਕਤ ਕਰਾਇਆ। ਗਲਤ। ਕਿਉਂਕਿ ਉਹਨਾਂ ਨੇ ਗਰੀਬ ਲੜਕੀਆਂ ਨੂੰ ਚੰਦੂ ਸ਼ਾਹ ਤੋਂ ਮੁਕਤ ਕਰਵਾਇਆ। ਗਲਤ। ਕਿਉਂਕਿ ਉਹਨਾਂ ਨੇ ਸਿੱਖ ਫੌਜ ਨੂੰ ਮੁਖਲਿਸ ਖਾਨ ਤੋਂ ਮੁਕਤ ਕਰਵਾਇਆ। ਗਲਤ। ਕਿਉਂਕਿ ਉਹਨਾਂ ਨੇ 52 ਰਾਜਿਆਂ ਨੂੰ ਮੁਗਲ ਸ਼ਾਸਕ ਤੋਂ ਮੁਕਤ ਕਰਵਾਇਆ ਸੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਮੁਗਲਾਂ ਅਤੇ ਗੁਰੂ ਹਰਗੋਬਿੰਦ ਜੀ ਵਿਚਕਾਰ ਲਹੀਰਾਂ ਦੀ ਲੜਾਈ ਦਾ ਤਤਕਾਲ ਕਾਰਨ ਕੀ ਸੀ? ਹਾਂਜੀ, ਮੁਗਲਾਂ ਅਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਵਿਚਕਾਰ ਜਿਹੜੀ ਲਹੀਰਾਂ ਦੀ ਲੜਾਈ ਹੋਈ ਸੀ, ਇਹਦਾ ਤਤਕਾਲ ਕਾਰਨ ਸੀ 2 ਘੋੜੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। 2 ਘੋੜੇ ਆ ਜਿਹੜੇ, 2 ਘੋੜੇ ਮੁੱਖ ਕਾਰਨ ਸੀ ਮੁਗਲਾਂ ਅਤੇ ਗੁਰੂ ਹਰਗੋਬਿੰਦ ਜੀ ਦੇ ਵਿਚਕਾਰ ਲਹੀਰਾਂ ਦੀ ਲੜਾਈ ਦਾ ਕਾਰਨ ਸੀ। ਠੀਕ ਹੈ। ਅਗਲਾ ਪ੍ਰਸ਼ਨ ਆ ਜੀ, ਕੌਲਾਂ ਕੌਣ ਸੀ? ਹਾਂਜੀ, ਕੌਲਾਂ ਕੌਣ ਸੀ? ਲਾਹੌਰ ਦੇ ਕਾਜੀ ਦੀ ਧੀ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਮੀਰੀ ਨਾਮਕ ਤਲਵਾਰ ਦਾ ਕੀ ਉਦੇਸ਼ ਸੀ? ਤੁਹਾਨੂੰ ਪਤਾ ਹੈ ਕਿ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ 2 ਤਲਵਾਰਾਂ ਧਾਰਨ ਕੀਤੀਆਂ ਸੀ। ਪਹਿਲੀ ਪੀਰੀ, ਜਿਸ ਦਾ ਅਰਥਾਤ ਸੀ ਆਤਮਿਕ ਸ਼ਕਤੀ, ਅਤੇ ਦੂਜੀ ਮੀਰੀ, ਜਿਸ ਦਾ ਅਰਥਾਤ ਸੀ ਸਿੱਖਾਂ ਉੱਪਰ ਰਾਜ। ਠੀਕ ਹੈ, ਜਾਂ ਆਪਾਂ ਕਹਿ ਸਕਦੇ ਸਿੱਖਾਂ ਤੇ ਰਾਜ ਨੂੰ ਦਰਸਾਉਂਦੀ ਸੀ ਉਹ ਤਲਵਾਰ। ਹੁਣ ਇਸ ਦੇ ਵਿੱਚ ਮੀਰੀ ਨਾਮਕ ਤਲਵਾਰ ਦਾ ਉਪਦੇਸ਼ ਪੁੱਛਿਆ ਗਿਆ ਤਾਂ ਬੇਰਹਿਮੀ ਦਾ ਸਾਹਮਣਾ ਕਰਨਾ। ਠੀਕ ਹੈ, ਇਸ ਦਾ ਉਦੇਸ਼, ਅਸਲ ਉਦੇਸ਼ ਇਹ ਸੀਗਾ ਬੇਰਹਿਮੀ ਦਾ ਸਾਹਮਣਾ ਕਰਨਾ। ਅਗਲਾ ਪ੍ਰਸ਼ਨ, ਪੀਰੀ ਨਾਮੀ ਤਲਵਾਰ ਦਾ ਉਦੇਸ਼ ਕੀ ਸੀ? ਪੀਰੀ ਨਾਮੀ ਤਲਵਾਰ ਆ ਜਿਹੜੀ, ਇਹ ਸਿੱਖ ਧਰਮ ਦੀ ਰੱਖਿਆ ਦੇ ਲਈ ਅਪਣਾਈ ਗਈ ਸੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸਿੱਖ ਧਰਮ ਵਿੱਚ ਕਿੰਨੇ ਤਖਤ ਸਥਾਪਿਤ ਹੋਏ ਹਨ? ਹਾਂਜੀ, ਸਿੱਖ ਧਰਮ ਦੇ ਵਿੱਚ 5 ਤਖਤ ਸਥਾਪਿਤ ਹੋਏ ਹਨ। 5 ਦੇ ਨਾਮ ਸੁਣ ਲਓ, ਯਾਦ ਰੱਖਣਾ। ਤਖਤ ਦਾ ਨਾਮ ਸ਼੍ਰੀ ਅਕਾਲ ਤਖਤ ਸਾਹਿਬ। ਠੀਕ ਹੈ, ਕਿੱਥੇ ਆ ਇਹ? ਅੰਮ੍ਰਿਤਸਰ ਦੇ ਵਿੱਚ, ਪੰਜਾਬ ਦੇ ਵਿੱਚ ਹੀ ਆ। ਤੇ ਦੂਜੇ ਤਖਤ ਦਾ ਨਾਮ ਆ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਦੇ ਵਿੱਚ। ਠੀਕ ਹੈ, ਫਿਰ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਵਿੱਚ ਆ। ਸ਼੍ਰੀ ਪਟਨਾ ਸਾਹਿਬ, ਇਹ ਪਟਨਾ ਸਾਹਿਬ ਜਾਣੀ ਕਿ ਬਿਹਾਰ ਦੇ ਵਿੱਚ ਆ। ਸ਼੍ਰੀ ਹਜੂਰ ਸਾਹਿਬ, ਇਹ ਮਹਾਰਾਸ਼ਟਰ ਦੇ ਵਿੱਚ ਆ, ਨੰਦੇੜ ਸਾਹਿਬ। ਠੀਕ ਹੈ, ਇਹਨਾਂ ਦੇ ਨਾਮ ਤੁਸੀਂ ਯਾਦ ਰੱਖਣਾ, ਜਾਣੀ ਕਿ ਇਹਨਾਂ ਦੇ ਵਿੱਚੋਂ 3 ਪੰਜਾਬ ਦੇ ਵਿੱਚ ਆ, 2 ਪੰਜਾਬ ਤੋਂ ਬਾਹਰ ਆ। ਸਿੱਖ ਧਰਮ ਦੇ ਪੰਜਾਬ ਵਿੱਚ ਕਿੰਨੇ ਤਖਤ ਹਨ? ਹਾਂਜੀ, ਸਿੱਖ ਧਰਮ ਦੇ ਪੰਜਾਬ ਦੇ ਵਿੱਚ 3 ਤਖਤ ਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕਿਹੜੇ? ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਕੇਸਗੜ੍ਹ ਸਾਹਿਬ। ਇਹ 3 ਪੰਜਾਬ ਦੇ ਵਿੱਚ ਆ। ਅਗਲਾ ਪ੍ਰਸ਼ਨ, ਸਿੱਖ ਧਰਮ ਦੇ ਕਿੰਨੇ ਤਖਤ ਪੰਜਾਬ ਤੋਂ ਬਾਹਰ ਹਨ? 2। ਕਿਹੜੇ? ਤਖਤ ਸ਼੍ਰੀ ਪਟਨਾ ਸਾਹਿਬ, ਤਖਤ ਸ਼੍ਰੀ ਹਜੂਰ ਸਾਹਿਬ। ਅਗਲਾ ਪ੍ਰਸ਼ਨ, ਅਕਾਲ ਤਖਤ ਦੀਆਂ ਪਹਿਲੀਆਂ 2 ਮੰਜ਼ਿਲਾਂ ਕਿਸ ਨੇ ਬਣਵਾਈਆਂ? ਹਾਂਜੀ, ਅਕਾਲ ਤਖਤ ਦੀਆਂ ਜਿਹੜੀਆਂ ਪਹਿਲੀਆਂ 2 ਮੰਜ਼ਿਲਾਂ ਨੇ ਉਹ ਕਿਹਨਾਂ ਨੇ ਬਣਵਾਈਆਂ ਸੀਗੀਆਂ? ਤਾਂ ਉਹ ਬਣਵਾਈਆਂ ਸੀ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ, ਵੈਰੀ ਵੈਰੀ ਇੰਪੋਰਟੈਂਟ। ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਅਗਲੇ ਪ੍ਰਸ਼ਨ ਦੀ, ਅਕਾਲ ਤਖਤ ਦੀਆਂ ਉੱਪਰਲੀਆਂ 3 ਮੰਜ਼ਿਲਾਂ ਕਿਸ ਨੇ ਬਣਵਾਈਆਂ ਸੀ? ਉੱਪਰਲੀਆਂ 3 ਮੰਜ਼ਿਲਾਂ ਬਣਵਾਈਆਂ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਧਰਮਸ਼ਾਲਾ ਲਈ ਪਹਿਲੀ ਵਾਰ ਗੁਰਦੁਆਰਾ ਸ਼ਬਦ ਦੀ ਵਰਤੋਂ ਕਿਸ ਨੇ ਕੀਤੀ ਸੀ? ਹਾਂਜੀ, ਧਰਮਸ਼ਾਲਾ ਲਈ ਪਹਿਲੀ ਵਾਰ ਗੁਰਦੁਆਰਾ ਸ਼ਬਦ ਦੀ ਵਰਤੋਂ ਕੀਤੀ ਸੀ। ਕਿਹਨਾਂ ਨੇ ਕੀਤੀ ਸੀ? ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਸੀ? ਹਾਂਜੀ, ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣਾ ਉੱਤਰਾਧਿਕਾਰੀ ਸ਼੍ਰੀ ਗੁਰੂ ਹਰਰਾਏ ਜੀ ਨੂੰ ਨਿਯੁਕਤ ਕੀਤਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਬਾਰੇ ਹੇਠ ਲਿਖੇ ਬਿਆਨਾਂ ਤੇ ਵਿਚਾਰ ਕਰੋ। ਹਾਂਜੀ, ਅਸੀਂ ਇਹਨਾਂ ਬਿਆਨਾਂ ਤੇ ਵਿਚਾਰ ਕਰਨੀ ਆ। ਕਿ ਵਿਚਾਰ ਕਰਨ ਦਾ ਮਤਲਬ ਕੀ, ਅਸੀਂ ਦੱਸਣੇ ਆ ਕਿ ਕਿਹੜੇ ਬਿਆਨ ਆ ਜਿਹੜੇ ਉਹ ਸਹੀ ਹਨ। ਠੀਕ ਹੈ, ਇਹ ਜ਼ਰੂਰ ਧਿਆਨ ਰੱਖਿਆ ਕਰੋ ਕਿ ਕਿਹੜੇ ਬਿਆਨ ਆ ਜਿਹੜੇ ਸਹੀ ਆ। ਤਾਂ ਸਭ ਤੋਂ ਪਹਿਲਾਂ ਵੀ ਸਹੀ ਪੁੱਛਿਆ ਕਿ ਗਲਤ ਪੁੱਛਿਆ, ਇਸ ਗੱਲ ਤੇ ਧਿਆਨ ਦੇਣਾ। ਹੁਣ ਸਾਨੂੰ ਸਹੀ ਪੁੱਛਿਆ ਤਾਂ ਅਸੀਂ ਦੇਖਦੇ ਹਾਂ, ਸ਼੍ਰੀ ਗੁਰੂ ਹਰਗੋਬਿੰਦ ਜੀ
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਸੀ, ਇਹ ਬਿਲਕੁਲ ਠੀਕ ਆ। ਨੌਜਵਾਨ ਹਰਗੋਬਿੰਦ ਨੂੰ ਪੜ੍ਹਾਉਣ ਲਈ ਬਾਬਾ ਗੁਰਦਾਸ ਜੀ ਨੂੰ ਹੀ ਨਿਯੁਕਤ ਕੀਤਾ ਗਿਆ ਸੀ। ਠੀਕ ਹੈ, ਇਸ ਬਾਰੇ ਹਜੇ ਕੋਈ ਵੀ ਵਿਦਵਾਨ ਆ ਜਿਹੜਾ ਉਹ ਕਲੀਅਰ ਨਹੀਂ ਕਰ ਪਾਇਆ। ਅੱਗੇ 11 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਗੁਰਗੱਦੀ ਦਿੱਤੀ ਗਈ, ਇਹ ਬਿਲਕੁਲ ਰਾਈਟ ਹੈ। ਠੀਕ ਹੈ, ਤਾਂ ਰਾਈਟ ਆਨਸਰ ਕੀ ਬਣ ਰਿਹਾ ਵਾ 1 ਤੇ 3। ਇਸ ਤੋਂ ਇਲਾਵਾ 4 ਪੜ੍ਹ ਲੈਂਦੇ ਆ। ਉਹਨਾਂ ਦਾ ਜਨਮ 1590 ਵਿੱਚ ਬੰਡਾਲੀ ਵਿਖੇ ਹੋਇਆ, ਨਹੀਂ 1595 ਚ ਹੋਇਆ। ਠੀਕ ਹੈ, ਤਾਂ ਇਹ ਵੀ ਗਲਤ ਆ, ਯਾਨੀ ਕਿ 1 ਤੇ 3 ਸਹੀ ਆ। ਦੇਖ ਲੈਂਦੇ ਆ ਕਿਹੜੀ ਆਪਸ਼ਨ ਦੇ ਵਿੱਚ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਦੋ ਤਲਵਾਰਾਂ ਮੀਰੀ ਅਤੇ ਪੀਰੀ ਦੇ ਸੰਬੰਧ ਵਿੱਚ ਦਿੱਤੇ ਬਿਆਨਾਂ ਤੇ ਵਿਚਾਰ ਕਰੋ। ਹਾਂਜੀ, ਦੋ ਤਲਵਾਰਾਂ ਮੀਰੀ ਅਤੇ ਪੀਰੀ, ਠੀਕ ਹੈ, ਇਹਨਾਂ ਦੇ ਲਈ ਅਸੀਂ ਕਰਨਾ ਵਾ, ਵਿਚਾਰ ਕਰਨੀ ਆ, ਮਤਲਬ ਸਹੀ ਹੋਈ ਦੱਸਣਾ ਵਾ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ 2 ਤਲਵਾਰਾਂ ਪਹਿਨੀਆਂ ਸੀ, ਬਿਲਕੁਲ ਠੀਕ ਆ। ਮੀਰੀ ਅਧਿਆਤਮਕ ਸ਼ਕਤੀ ਦੀ ਨੁਮਾਇੰਦਗੀ ਕਰਦੀ ਸੀ ਅਤੇ ਪੀਰੀ ਧਰਮ ਨਿਰਪੱਖ ਅਧਿਕਾਰ ਦੀ ਨੁਮਾਇੰਦਗੀ ਕਰਦੀ ਸੀ। ਨਹੀਂ ਜੀ, ਜਿਹੜੀ ਸ਼੍ਰੀ ਗੁਰੂ ਗੋਬਿੰਦ ਜੀ ਨੇ, ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਮੇਰੀ ਪਹਿਲੀ ਤਲਵਾਰ ਪੀਰੀ ਦੀ ਪਹਿਨੀ ਸੀ, ਇਹ ਆਤਮਿਕ ਸ਼ਕਤੀ ਦਾ ਅਧਿਐਨ ਕਰਦੀ ਸੀ, ਤੇ ਦੂਜੀ ਤਲਵਾਰ ਸਿੱਖਾਂ ਉੱਪਰ ਰਾਜ ਨੂੰ ਦਰਸਾਉਂਦੀ ਸੀ। ਠੀਕ ਹੈ, ਤਾਂ ਇਸ ਦਾ ਰਾਈਟ ਆਨਸਰ ਬਣ ਰਿਹਾ ਹੈ ਕੇਵਲ 1। ਠੀਕ ਹੈ, ਪਹਿਲਾ ਵਾ ਜਿਹੜਾ ਇਹ ਰਾਈਟ ਆਨਸਰ ਹੈ, ਕਿਉਂਕਿ ਜਿਹੜੀ ਪੀਰੀ ਦੀ ਤਲਵਾਰ ਆ ਉਹ ਆਤਮਿਕ ਸ਼ਕਤੀ ਨੂੰ ਦਰਸਾਉਂਦੀ ਸੀ। ਠੀਕ ਹੈ ਜੀ, ਤੇ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਅਧੀਨ ਜੱਥਿਆਂ ਨਾਲ ਸੰਬੰਧਿਤ ਬਿਆਨਾਂ ਤੇ ਵਿਚਾਰ ਕਰੋ। ਹਾਂਜੀ, ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਸੰਬੰਧਿਤ ਜੱਥਿਆਂ ਬਾਰੇ ਅਸੀਂ ਵਿਚਾਰ ਕਰਨੀ ਆ। ਤਾਂ ਇਸ ਦੇ ਵਿੱਚੋਂ ਇਹ ਉਹ ਸਮੂਹ ਸਨ ਜਿਨ੍ਹਾਂ ਵਿੱਚ ਫੌਜਾਂ ਵੰਡੀਆਂ ਗਈਆਂ ਸਨ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ, ਇਹ ਉਹ ਸਮੂਹ ਸਨ ਜਿਨ੍ਹਾਂ ਦੇ ਵਿੱਚ ਫੌਜਾਂ ਵੰਡੀਆਂ ਗਈਆਂ ਸਨ। ਤੇ ਅਜਿਹੇ ਕੁੱਲ 10 ਜੱਥੇ ਸਨ, ਨਹੀਂ, ਇਹਨਾਂ ਜੱਥਿਆਂ ਵਿੱਚ ਪਠਾਨ ਸ਼ਾਮਿਲ ਨਹੀਂ ਸਨ, ਇਹ ਵੀ ਗਲਤ ਆ। ਤਾਂ ਇਹਦੇ ਵਿੱਚ ਕਿਹੜਾ ਬਣ ਰਿਹਾ ਵਾ, ਕੇਵਲ ਪਹਿਲਾ ਹੀ ਠੀਕ। ਆਪਸ਼ਨ ਹਾਂਜੀ, ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।